ਜੋ ਕੀ ਨਸਬਾਨੀ। ਕਹਿੰਦੇ ਹੈ ਕਿ हे ਗੁਰੂ ਅਮਰਦਾਸ ਜੀ, ਇਹ ਸਾਡੀ ਸੰਸਾ ਹੈ, ਸ਼ੰਕਾ ਹੈ ਸਾਡਾ ਵੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਬਣਾਈ ਹੈ, ਬਾਣੀ ਉਚਾਰੀ ਹੈ, ਤਿਸ ਕੋ ਕਾਰਨ ਪਰਹ ਨ ਜਾਣੀ। ਵੀ ਕੀ ਲੋੜ ਸੀ ਬਾਣੀ ਉਚਾਰਨ ਦੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ, ਵੀ ਨਾ ਵੀ ਉਚਾਰਦੇ ਕੀ ਲੋੜ ਸੀ ਇਹਨਾਂ ਨੂੰ ਬਾਣੀ ਉਚਾਰਨ ਦੀ। ਵੀ ਗੁਰਬਾਣੀ ਦਾ ਉਚਾਰਨ ਦਾ ਕਾਰਨ ਕੀ, ਵੀ ਗੁਰੂ ਨਾਨਕ ਪਾਤਸ਼ਾਹ ਨੇ ਕਿਉਂ ਉਚਾਰੀ, ਇਹ ਸਾਡੇ ਮਨ ਅੰਦਰ ਸੰਸਾ ਹੈ। ਆਗੈ ਹੁਤੇ ਸੋ ਵੇਦ ਪੁਰਾਨ। ਵੀ ਬਾਣੀ ਤਾਂ ਪਹਿਲਾਂ ਹੀ ਹੈ ਸੀ ਸੰਸਾਰ ਤੇ, ਅਵੇਦ ਸਨ 4, 18 ਪੁਰਾਣ ਸਨ, 6 ਸ਼ਾਸਤਰ ਸਨ, 27 ਸਿਮਰਤੀਆਂ ਸਨ, ਕਿੰਨੀਆਂ ਉਪਨਿਸ਼ਦਾਂ ਹਨ। ਤੋ ਇਹ ਵੇਦ ਸ਼ਾਸਤਰ ਪੁਰਾਣ ਕੁਰਾਨ ਕਿੰਨਾ ਕੁਝ ਹੈ। ਇਹ ਬਾਣੀ ਪਹਿਲਾਂ ਹੀ ਸੰਸਾਰ ਤੇ ਬੜੀ ਸੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕੀ ਲੋੜ ਪਈ ਸੀ ਬਾਣੀ ਉਚਾਰਨ ਦੀ, ਕੀ ਕਾਰਨ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਉਚਾਰੀ ਹੈ। ਪਠਹਿ ਸੁਨਹਿ ਬਿਸਤਰੇ ਜਹਾਨ। ਵੀ ਉਹ ਪੜ੍ਹਦੇ ਆ ਸਿੱਖ ਆਪਦੀ ਬਾਣੀ, ਜਾਂ ਕਹਿ ਲੋ ਸੰਸਾਰ ਅੰਦਰ ਆ ਵੇਦ ਪੜ੍ਹੇ ਜਾਂਦੇ ਆ, ਸ਼ਾਸਤਰ ਪੁਰਾਣ ਕਿੰਨੇ ਵਿਸਤਾਰੇ ਹੋਏ ਆ, ਵਿਸਤਾਰ ਹੈ ਇਹਨਾਂ ਤੋਂ ਅੱਗੇ ਕਿੰਨੇ ਗ੍ਰੰਥ ਬਣੇ ਹਨ, ਕਿੰਨੇ ਗ੍ਰੰਥ ਨੇ, ਕਿੰਨੇ ਵੇਦ ਸ਼ਾਸਤਰ ਵੈ, ਕਿੰਨਾ ਸੰਸਾਰ ਪੜ੍ਹਦਾ ਹੈ। ਬਾਣੀ ਤਾਂ ਲੋਕ ਪਹਿਲਾਂ ਹੀ ਪੜ੍ਹ ਰਹੇ ਹਨ। ਸੋ ਕਲਿਆਣ ਕਰਤ ਜਗਿਆਸੀ। ਤੇ ਜੇ ਕੋਈ ਜਗਿਆਸੂ ਇੱਛਾ ਰੱਖ ਕੇ ਵੇਦ ਸ਼ਾਸਤਰ ਪੜ੍ਹਦਾ ਹੈ ਤੇ ਵੇਦ ਸ਼ਾਸਤਰ ਵੀ ਤਾਂ ਕਲਿਆਣ ਕਰਦੇ ਹੀ ਆ ਨਾ ਜੀਵਾਂ ਦੀ। ਤੇ ਇਹ ਤੁਸੀਂ ਕਹਿੰਦੇ ਹੋ ਬਾਣੀ ਕਲਿਆਣਕਾਰੀ ਹੈ, ਗੁਰੂ ਨਾਨਕ ਪਾਤਸ਼ਾਹ ਨੇ ਉਚਾਰੀ ਹੈ। ਕੀ ਲੋੜ ਸੀ ਗੁਰੂ ਨਾਨਕ ਮਹਾਰਾਜ ਨੂੰ ਬਾਣੀ ਉਚਾਰਨੇ ਦੀ, ਜਦੋਂ ਵੇਦ ਸ਼ਾਸਤਰ ਹਨ ਤੇ ਵੇਦ ਸ਼ਾਸਤਰ ਕੋਈ ਸ਼ਰਧਾ ਨਾਲ ਪੜ੍ਹ ਲਵੇ ਉਹਦੀ ਕਲਿਆਣ ਹੋ ਜਾਂਦੀ ਜਗਿਆਸੂ ਦੀ। ਚੱਲਹਿ ਕਹੇ ਪਰ ਕਾਟਹਿ ਫਾਸੀ। ਤੋ ਜੇ ਦੇ ਕਹੇ ਤੇ ਚੱਲੇ, ਕੋਈ ਵੇਦਾਂ ਦੇ ਕਹੇ ਤੇ ਨਿਯਮਾਂ ਅਨੁਸਾਰ ਜ਼ਿੰਦਗੀ ਜੀਵਨ ਬਤੀਤ ਕਰੇ ਤੇ ਉਹਦੀ ਜਮਾਂ ਦੀ ਫਾਹੀ ਵੇਦਾਂ ਦੀ ਬਾਣੀ ਕੱਟ ਦਿੰਦੀ ਹੈ। ਮੁਕਤ ਪੰਥ ਕੋ ਨੀਕੀ ਭਾਂਤ। ਤੇ ਜਿਹੜਾ ਮੁਕਤੀ ਦਾ ਰਾਸਤਾ ਹੈ ਉਹਨੂੰ ਭਲੀ ਪ੍ਰਕਾਰ ਵਰਣਿਓ ਉਪਦੇਸ਼ ਜੋ ਬਖਿਆਤ। ਜਿਹੜਾ ਪ੍ਰਗਟ ਪ੍ਰਤਾਖੀ ਉਪਦੇਸ਼ ਕੀਤਾ ਹੋਇਆ ਵੇਦਾਂ ਦੇ ਅੰਦਰ, ਉਹਦੇ ਵਿੱਚ ਵਰਣਨ ਕੀਤਾ ਹੋਇਆ ਵੀ ਪਰਮਾਰਥ ਦਾ ਰਸਤੇ ਦੀ ਪ੍ਰਾਪਤੀ ਕਿਵੇਂ ਹੁੰਦੀ, ਮੁਕਤੀ ਕਿਵੇਂ ਮਿਲਦੀ ਹੈ, ਬੰਧਨਾਂ ਚੋਂ ਕਿਵੇਂ ਛੁੱਟੀ ਦਾ ਹੈ। ਮਹਾਰਾਜ ਜੀ ਸਾਰਾ ਕੁਝ ਹੀ ਵੇਦਾਂ ਵਿੱਚ ਦੱਸਿਆ ਹੋਇਆ ਸੀ। ਤਿਨਕੇ ਹੋਤੇ ਸ੍ਰੀ ਗੁਰਬਾਣੀ। ਤੇ ਵੇਖੋ ਵੇਦਾਂ ਦੇ ਸ਼ਾਸਤਰਾਂ ਦੇ ਹੁੰਦਿਆਂ ਹੋਇਆਂ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਜੋ ਬਾਣੀ ਉਚਾਰੀ ਹੈ। ਕਿਉਂ ਕੀਨ ਸੋ ਕੁਛ ਜਾਏ ਨਾ ਜਾਣੀ। ਵੀ ਕਿਉਂ ਇੰਨੀ ਵੇਦਾਂ ਦੀ ਬਾਣੀ ਹੋਣ ਦੇ ਬਾਵਜੂਦ ਵੀ ਗੁਰੂ ਨਾਨਕ ਪਾਤਸ਼ਾਹ ਨੇ ਕਿਉਂ ਗੁਰਬਾਣੀ ਉਚਾਰੀ ਹੈ, ਇਹ ਸਾਨੂੰ ਦੱਸਣਾ ਕਰੋ ਜੀ, ਇਹ ਜਾਣਿਆ ਨਹੀਂ ਜਾਂਦਾ ਹੈ। ਇਸ ਪ੍ਰਕਾਰ ਤਿਨ ਤੇ ਸੁਨ ਕਾਨ। ਇਹਨਾਂ ਬ੍ਰਾਹਮਣਾਂ ਤੋਂ ਸੰਸਾ ਸੁਣਿਆ ਗੁਰੂ ਅਮਰਦਾਸ ਮਹਾਰਾਜ ਜੀਆਂ, ਸੁਣ ਕੇ ਗਰੀਬ ਨਵਾਜੀਆਂ ਕੰਨਾਂ ਰਾਹੀਂ ਸ਼੍ਰੀ ਗੁਰ ਕੀ ਨਸ਼ ਸ਼ਬਦ ਬਖਾਨ। ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੇ ਫਿਰ ਇਹ ਸਾਧ ਸੰਗ ਦੀ ਸ਼ਬਦ ਉਚਾਰਿਆ ਉੱਥੇ ਥਾਨੇਸਰ ਨਾਮੇ ਤੀਰਥ ਤੇ। ਨਾ ਪੁੱਛਿਆ ਕਿ ਗਰੀਬ ਨਵਾਜ ਇੰਨੀ ਵੇਦ ਸ਼ਾਸਤਰ ਪੁਰਾਣ ਕੁਰਾਨ ਹਨ, ਬਾਣੀ ਤਾਂ ਪਹਿਲਾਂ ਹੀ ਸੰਸਾਰ ਤੇ ਬੜੀ ਹੈ, ਗੁਰੂ ਨਾਨਕ ਪਾਤਸ਼ਾਹ ਜੀਆਂ ਨੂੰ ਕੀ ਲੋੜ ਪਈ ਬਾਣੀ ਉਚਾਰਨ ਦੀ। ਸਾਨੂੰ ਸਮਝ ਨਹੀਂ ਆਉਂਦੀ ਵੀ ਉਹਨਾਂ ਫਿਰ ਆਪਦੀ ਬਾਣੀ ਕਿਉਂ ਉਚਾਰੀ। ਤੋ ਗਰੀਬ ਨਵਾਜ ਇਹਨਾਂ ਦਾ ਸੰਸਾ ਸੁਣ ਕੇ ਬੋਲੇ ਹੈ। ਸ਼੍ਰੀ ਮੁਖ ਵਾਕ ਮਹੱਲਾ ਤੀਜਾ। ਸੁਭਾਏਮਾਨ ਮੁਖ ਤੋਂ ਤੀਸਰੇ ਸਰੂਪ ਗੁਰੂ ਅਮਰਦਾਸ ਜੀ ਬੋਲਦੇ ਐ, ਫਰਮਾਉਂਦੇ ਐ। ਗੌੜੀ ਬੈਰਾਗਣ। ਗੌੜੀ ਰਾਗਣੀ ਅੰਦਰ ਬੈਰਾਗਣ ਇਸ ਦੀ ਕਿਸਮ ਹੈ, 11 ਤਰ੍ਹਾਂ ਦੀ ਗੌੜੀ ਮੰਨੀ ਹੈ। ਜੈਸੀ ਧਰਤੀ ਉਪਰ ਮੇਘਲਾ ਬਰਸਤ ਹੈ। ਗਰੀਬ ਨਵਾਜ ਇਹਨਾਂ ਬ੍ਰਾਹਮਣਾਂ ਦਾ ਸਵਾਲ ਸੁਣ ਕੇ ਹੁਣ ਜਵਾਬ ਦਿੰਦੇ ਆ। ਕਹਿੰਦੇ ਬ੍ਰਾਹਮਣ ਪੰਡਤ ਸੰਨਿਆਸੀ ਜੀ ਸੁਣੋ, ਜੇ ਤੁਸੀਂ ਪੁੱਛਦੇ ਹੋ ਕਿ ਕਿਉਂ ਗੁਰੂ ਨਾਨਕ ਪਾਤਸ਼ਾਹ ਜੀ ਬਾਣੀ ਉਚਾਰੀ, ਸੰਸਾਰ ਵਿੱਚ ਬਾਣੀ ਤੇ ਪਹਿਲੇ ਹੀ ਬਹੁਤ ਸੀ। ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ, ਜਿਵੇਂ ਧਰਤੀ ਦੇ ਉੱਪਰ ਆ ਮੇਘਲਾ ਬੱਦਲ ਜਿਹੜਾ ਵੈ ਵਰਦਾ ਹੈ, ਪਾਣੀ ਵਰਾਉਂਦਾ ਹੈ ਧਰਤੀ ਉੱਪਰ। ਕਿਆ ਧਰਤੀ ਮੱਧੇ ਪਾਣੀ ਨਾਹੀ। ਕੀ ਧਰਤੀ ਦੇ ਹੇਠਾਂ ਪਾਣੀ ਨਹੀਂ ਸੀ? ਜੇ ਤੁਸੀਂ ਸੰਸਾ ਕਰਦੇ ਹੋ ਵੀ ਬਾਣੀ ਕਿਉਂ ਉਚਾਰੀ, ਬਾਣੀ ਤੇ ਪਹਿਲਾਂ ਹੀ ਸੰਸਾਰ ਵਿੱਚ ਬੜੀ ਹੈ, ਤੇ ਸਾਨੂੰ ਇਸ ਗੱਲ ਦਾ ਜਵਾਬ ਦਿਓ ਵੀ ਪਾਣੀ ਤਾਂ ਧਰਤੀ ਦੇ ਹੇਠਾਂ ਪਹਿਲਾਂ ਹੀ ਬੜਾ ਵਾ, ਫਿਰ ਮੀਂਹ ਕਿਉਂ ਪੈਂਦਾ, ਉਤੋਂ ਬੱਦਲ ਕਿਉਂ ਬਾਰਿਸ਼ ਵਰਾਉਂਦਾ ਹੈ। ਜੈਸੇ ਧਰਤੀ ਮੱਧੇ ਪਾਣੀ ਪਰਗਾਸਿਆ। ਸੁਣੋ,
ਜੈਸੇ ਧਰਤੀ ਮੱਧੇ ਪਾਣੀ ਪ੍ਰਗਾਸਿਆ। ਜਿਵੇਂ ਬ੍ਰਾਹਮਣ ਜੀ ਧਰਤੀ ਦੇ ਹੇਠਾਂ, ਸਾਰੀ ਧਰਤੀ ਦੇ ਹੇਠਾਂ ਪਾਣੀ ਪ੍ਰਗਾਸਿਆ ਫੈਲਿਆ ਹੋਇਆ ਹੈ। ਬਿਨ ਪਗਾ ਵਰਸਤ ਫਿਰਾਹੀ। ਪਰ ਬਿਨਾਂ ਸਾਧਨਾ ਤੋਂ ਹੀ ਆ ਵੇਖੋ ਬੱਦਲ ਵਰਦਾ ਫਿਰਦਾ ਹੈ ਧਰਤੀ ਦੇ ਉੱਤੇ ਸਾਰੇ ਸੰਸਾਰ ਉੱਪਰ ਬਾਰਿਸ਼ ਕਰਦਾ ਹੈ ਬੱਦਲ। ਬਾਬਾ ਤੂੰ ਐਸੇ ਪਰਮ ਚੁਕਾਹੀ। ਤੇ ਇੱਕ ਨੇ ਜਿਹੜਾ ਵਾ ਉਹ ਇਸ ਪ੍ਰਕਾਰ ਜਿਹੜਾ ਵਾ ਸੰਸਾਰ ਕੀਤਾ ਵਾ ਕਿ ਬਾਬਾ ਤੂੰ ਐਸੇ ਭਰਮ ਚੁਕਾਹੀ। ਉਹ ਇੱਕ ਬ੍ਰਾਹਮਣ ਕਹਿੰਦਾ ਹੈ ਮਹਾਰਾਜੇ ਜਿਹੜਾ ਵਾ ਕੋਈ ਗੱਲ ਨਾ ਬਣੀ ਵੀ ਤੁਸੀਂ ਸਾਨੂੰ ਖੁੱਲ੍ਹ ਕੇ ਸਮਝਾਓ। ਗਰੀਬ ਨਵਾਜ ਕਹਿੰਦੇ ਆ ਵੇਖੋ ਵੀ ਧਰਤੀ ਦੇ ਹੇਠਾਂ ਪਾਣੀ ਹੈ ਨਾ। ਕਹਿੰਦੇ ਜੀ ਹੈ। ਕਹਿੰਦੇ ਫਿਰ ਉਤੋਂ ਕਿਉਂ ਪੈਂਦਾ ਮੀਂਹ? ਧਰਤੀ ਹੇਠਾਂ ਥੋੜਾ ਪਾਣੀ ਹੈ ਕਿਤੇ। ਤੋ ਗਰੀਬ ਨਵਾਜ ਕਹਿੰਦੇ ਜਿਵੇਂ ਧਰਤੀ ਦੇ ਪਾਣੀ ਹੇਠਾਂ ਪਹਿਲਾਂ ਹੀ ਹੁੰਦਾ ਹੈ, ਪਰ ਫੇਰ ਵੀ ਸੰਸਾਰ ਦੇ ਜੀਵ ਮੀਂਹ ਦੀ ਇੱਛਾ, ਬਾਰਿਸ਼ ਦੀ ਇੱਛਾ ਸਾਰੇ ਕਰਦੇ ਆ। ਉਹਦਾ ਕਾਰਨ ਹੈ ਧਰਤੀ ਦੇ ਹੇਠਲਾ ਪਾਣੀ ਪ੍ਰਾਪਤ ਕਰਨ ਵਾਸਤੇ ਪਹਿਲਾਂ ਕਿੰਨੇ ਵਰੇ ਖੂਹ ਪੱਟਣੇ ਪੈਂਦੇ ਆ। ਫਿਰ ਉਹ ਖੂਹ ਦੇ ਪਾਣੀ ਨੂੰ ਬਾਹਰ ਕੱਢਣ ਵਾਸਤੇ ਹਰਹਟਾਂ ਹੋਰ ਬੇਅੰਤ ਤਰ੍ਹਾਂ ਦੇ ਤਰੀਕੇ, ਟਿੰਡਾਂ ਪਾਉਣੀਆਂ ਪੈਂਦੀਆਂ ਹਨ। ਤੋ ਕਿੰਨੇ ਫਿਰ ਉਹਦੇ ਤੇ ਬਲਦ ਜਿਉਂਦੇ ਆ, ਕੋਈ ਕਿਸੇ ਤਰੀਕੇ ਨਾਲ, ਕੋਈ ਡੋਣਿਆਂ ਡੋਲਾਂ ਨਾਲ ਪਾਣੀ ਪੌਣੀ ਰਾਹੀਂ ਕੱਢਦੇ ਆ। ਕਿੰਨਾ ਔਖਾ ਹੋ ਕੇ ਪਾਣੀ ਪ੍ਰਾਪਤ ਕੀਤਾ ਜਾਂਦਾ ਹੈ। ਗੁਰੂ ਗਰੀਬ ਨਵਾਜ ਕਹਿੰਦੇ ਆ ਪਰ ਜੇ ਕਿਤੇ ਉੱਪਰੋਂ ਮੀਂਹ ਪੈ ਜਾਵੇ, ਨਾ ਡੋਣੀ ਫੜਨੀ ਪੈਂਦੀ ਆ, ਨਾ ਕੋਈ ਹਰਹਟ ਤੇ ਨਾ ਖੂਹ ਜੋਣਾ ਪਵੇ, ਨਾ ਬਲਦ ਵਾਹੁਣਾ ਪਵੇ, ਉਤੋਂ ਬਾਰਿਸ਼ ਪੈਂਦੀ ਹੈ। ਫਿਰ ਖੂਹ ਦਾ ਪਾਣੀ ਤਾਂ ਜਿਹਦਾ ਖੂਹ ਲੱਗਾ ਹੈ ਉਸੇ ਦੀ ਜ਼ਮੀਨ ਨੂੰ ਹੀ ਪਾਣੀ ਲੱਗੇਗਾ, ਦੂਜੇ ਦੇ ਖੇਤ ਸੁੱਕੇ ਹੀ ਰਹਿ ਜਾਂਦੇ ਆ। ਪਰ ਜਿਹੜੀ ਵਰਸ਼ਾ ਵੈ, ਮੀਂਹ ਦਾ ਪਾਣੀ, ਜੇ ਕਿਸੇ ਗਰੀਬ ਪਾਸ ਖੂਹ ਨਹੀਂ ਵੀ ਹੈ ਤੇ ਉਹ ਮੀਂਹ ਦਾ ਪਾਣੀ ਵਰਸ਼ਾ ਉਹਨੂੰ ਵੀ ਮਿਲਦੀ ਹੈ। ਗਰੀਬ ਨਵਾਜ ਕਹਿੰਦੇ ਇਸੇ ਤਰ੍ਹਾਂ ਹੀ ਭਾਈ ਵੇਦ ਸ਼ਾਸਤਰ ਸਨ ਸੰਸਾਰ ਤੇ ਖੂਹ ਦੇ ਪਾਣੀ ਵਰਗੇ ਆ, ਜਿਵੇਂ ਧਰਤੀ ਦੇ ਹੇਠਾਂ ਪਾਣੀ ਹੁੰਦਾ। ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਮੁਕਤੀ ਜ਼ਰੂਰ ਮਿਲਦੀ ਹੈ, ਪਰ ਵੇਦ ਸ਼ਾਸਤਰ ਪੜ੍ਹੇ ਕੌਣ? ਪਹਿਲਾਂ 52 ਅੱਖਰ ਜਿਹੜੇ ਵੈ ਉਹ ਸੰਸਕ੍ਰਿਤ ਦੇ ਸਿੱਖਣੇ ਪੈਂਦੇ ਵੈ। ਉਹ 52 ਅੱਖਰ ਸੰਸਕ੍ਰਿਤ ਦੇ, ਫਿਰ ਉਹਦੀ ਅੱਗੇ ਵਿਆਕਰਨ ਸਿੱਖਣੀ ਪੈਂਦੀ ਵੈ। 20 ਵਰੇ ਜੀਵਾਂ ਦਾ ਉਹ ਉਮਰ ਲੱਗ ਜਾਂਦੀ ਆ ਵੇਦ ਪੜ੍ਹਨੇ ਸਿੱਖਣ ਵਾਸਤੇ ਕਾਂਸੀ ਬਨਾਰਸ ਵਿੱਚ। ਫਿਰ ਬ੍ਰਾਹਮਣ ਨੂੰ ਬ੍ਰਾਹਮਣ ਸਿਖਾਉਂਦਾ ਵੈ, ਸ਼ੂਦਰ ਨੂੰ ਕੋਈ ਸਿਖਾਉਂਦਾ ਨਹੀਂ। ਸ਼ੂਦਰ ਉਹ ਜਾਣ ਲਓ ਜਿਨ੍ਹਾਂ ਕੋਲ ਆਪਦੇ ਖੂਹ ਨਹੀਂ ਹਨ, ਤੇ ਬ੍ਰਾਹਮਣ ਉਹ ਹੈ ਜਿਨ੍ਹਾਂ ਕੋਲ ਆਪਦੇ ਖੂਹ ਵੇਦ ਬ੍ਰਾਹਮਣ ਪੜ੍ਹ ਲੈਂਦੇ ਆ, ਤੇ ਫਿਰ ਇਹਦਾ ਅਰਥ ਵੀ ਬ੍ਰਾਹਮਣ ਹੀ ਮੁਕਤ ਹੋਣਗੇ। ਸ਼ੂਦਰਾਂ ਦਾ ਕੀ ਬਣੇਗਾ ਜਿਨ੍ਹਾਂ ਨੂੰ ਨੀਵੀਂ ਜਾਤ ਕਰਕੇ ਤੁਸੀਂ ਵੇਦ ਪੜ੍ਹਾਉਂਦੇ ਨਹੀਂ। ਤੋ ਗਰੀਬ ਨਵਾਰੇ ਕਹਿੰਦੇ ਤੁਹਾਡੇ ਵੇਦ ਜਿਹੜੇ ਆ ਨਾ ਹੈ ਮੁਕਤੀ ਦੇਣ ਵਾਲੇ, ਪਰ ਇਹ ਖੂਹ ਦੇ ਪਾਣੀ ਵਰਗੇ ਆ, ਇਹਦੀ ਪ੍ਰਾਪਤੀ ਬੜੀ ਔਖੀ ਹੁੰਦੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਇਹ ਬੱਦਲ ਦੇ ਵਰਦੇ ਮੀਂਹ ਵਰਗੀ ਹੈ। ਜਿਹਨੂੰ ਨਹੀਂ ਵੀ ਆਉਂਦੀ ਸੁਖਾਲਾ ਹੀ ਕੋਈ ਪੜ੍ਹ ਲਵੇ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਗੁਰ ਸਤਿਗੁਰੂ ਕਾ ਜੋ ਸਿੱਖ ਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆਵੈ। ਜਿਹੜਾ ਸਤਸੰਗ ਦੀ ਅਨਪੜ੍ਹ ਵੀ ਆ ਨਾ, ਉਹ ਵੀ ਬਾਣੀ ਸੁਣੇ ਤੇ ਉਹਨੂੰ ਵੀ ਸਮਝ ਪੈਂਦੀ ਹੈ। ਕੋਈ ਥੋੜਾ ਬਹੁਤਾ ਪੜ੍ਹਿਆ ਵੀ ਬਾਣੀ ਪੜ੍ਹਨੀ ਚਾਹੇ ਸੋਧ ਕੇ, ਤੇ ਉਹ ਵੀ ਕਿਸੇ ਹੱਦ ਤੱਕ ਸੁੰਦਰ ਬਾਣੀ ਪੜ੍ਹ ਲੈਂਦਾ ਹੈ। ਇਹ ਗੁਰਬਾਣੀ ਸਤਿਗੁਰਾਂ ਦੀ ਸੁਖੈਣ ਵੈ। ਕਿਵੇਂ ਸੁਖੈਣ ਵੈ? ਜਿਵੇਂ ਸਾਧ ਸੰਗਤ ਜੀ ਮੀਂਹ ਦੇ ਪਾਣੀ ਦੀ ਪ੍ਰਾਪਤੀ ਸੌਖੀ ਹੋ ਜਾਂਦੀ, ਫਿਰ ਮੀਂਹ ਨਹੀਂ ਵੇਖਦਾ ਵੀ ਵੱਡੀ ਵੱਧ ਜ਼ਮੀਨ ਵਾਲਾ ਕਿਹੜਾ ਤੇ ਥੋੜੀ ਵਾਲਾ ਕਿਹੜਾ, ਸਭ ਨੂੰ ਇੱਕੋ ਜਿਹੀ ਉਹ ਗੱਫੇ ਵੰਡਦਾ। ਤਾਂ ਉਸੇ ਤਰ੍ਹਾਂ ਇਹ ਬਾਣੀ ਨਹੀਂ ਵੇਖਦੀ ਉੱਚਾ ਨੀਵਾਂ। ਬ੍ਰਾਹਮਣ ਤੁਸੀਂ ਤਾਂ ਵੇਖਦੇ ਹੋ ਵੀ ਉੱਚੀ ਜਾਤ ਵਾਲੇ ਨੂੰ ਵੇਦ ਪੜ੍ਹਾਉਣੇ, ਛੋਟੀ ਵਾਲੇ ਨੂੰ ਵੇਦ ਨਹੀਂ ਪੜ੍ਹਾਉਣੇ। ਜੇ ਕੋਈ ਵੇਦ ਸੁਣਦਾ ਸ਼ੂਦਰ ਤੁਹਾਨੂੰ ਦਿਸ ਜਾਵੇ, ਉਹਦੇ ਕੰਨ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਹੈ। ਤੋ ਇਹ ਗੁਰਬਾਣੀ ਸਤਿਗੁਰਾਂ ਦੀ ਵਰਸ਼ਾ ਵਰਗੀ ਹੈ। ਤੇ ਵੇਦ ਜਿਹੜੇ ਉਹ ਖੂਹ ਦੀ ਖੇਤੀ ਵਰਗੇ ਆ। ਖੂਹ ਦੀ ਖੇਤੀ, ਖੂਹ ਆਪਦੇ ਲਾਗੇ ਵਾਲੀ ਜ਼ਮੀਨ ਹੀ ਪਾਲਦਾ, ਦੂਰ ਵਾਲੀ ਨਹੀਂ। ਸਤਿਗੁਰਾਂ ਦੀ ਬਾਣੀ ਤਾਂ ਸਾਧ ਸੰਗਤ ਦੀ ਦੇਸ਼ਾਂ ਵਿਦੇਸ਼ਾਂ ਤੀਕਰ ਵੀ, ਜਿੱਥੋਂ ਤੀਕਰ ਵੀ ਕੋਈ ਸੁਣ ਸਕਦਾ ਹੈ ਬਾਣੀ। ਸਭ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਤੋ ਇਹੋ ਜੀ ਦਿਆਲੂ ਕਿਰਪਾਲੂ ਗੁਰੂ ਨਾਨਕ ਪਾਤਸ਼ਾਹ ਦੀ ਇਹ ਬ੍ਰਾਹਮਣ ਜੀ ਬਾਣੀ ਵਰ ਦੇ ਬੱਦਲ ਵਰਗੀ ਹੈ।
ਬੱਦਲ ਦੇ ਪਾਣੀ ਵਰਗੀ ਹੈ, ਸੌਖੀ ਪ੍ਰਾਪਤ ਹੋ ਜਾਂਦੀ ਹੈ। ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ। ਤੋ ਇੱਕ ਬ੍ਰਾਹਮਣ ਅਰਥ ਵੇਖ ਲਿਆ ਕਰਨ ਕਿਹਦਾ ਹੋਇਆ, ਬਾਬਾ ਤੂੰ ਐਸੇ ਭਰਮ ਚੁਕਾਹੀ। ਇੱਕ ਨੇ ਅਰਥ ਉਥੇ ਵਿੱਚ ਸ਼ੰਕਾ ਕੀਤਾ, ਬ੍ਰਾਹਮਣ ਨੇ ਕਹਿੰਦਾ ਹੈ ਮਹਾਰਾਜ ਚਲੋ ਪਰਮੇਸ਼ਰ ਮੀਂਹ ਪਾਉਂਦਾ ਹੈ ਤੇ ਪਾਉਂਦਾ ਹੈ ਤੇ ਆ ਸੰਸਾਰ ਜਿਹੜਾ ਪੈਦਾ ਹੋ ਰਿਹਾ ਹੈ ਜਾਂ ਹੋ ਰਿਹਾ ਹੁਣ ਹੋਣਾ ਅੱਗੇ, ਇਹਦਾ ਕੀ ਆ? ਇਹ ਤਾਂ ਤੁਸੀਂ ਕਹਿੰਦੇ ਹੋ ਪਰਮੇਸ਼ਰ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਹੈ। ਗੁਰੂ ਨਾਨਕ ਪਾਤਸ਼ਾਹ ਸੰਸਾਰ ਵਿੱਚ ਪਰਮੇਸ਼ਰ ਦਾ ਸਰਗੁਣ ਸਰੂਪ ਹਨ। ਉੱਥੇ ਕਿਸੇ ਨਾਸਤਕ ਨੇ ਫਿਰ ਜਿਹੜਾ ਵਾ ਉਹ ਸੰਸਾ ਕੀਤਾ ਵੀ ਪਰਮੇਸ਼ਰ ਹੈ ਹੀ ਨਹੀਂ। ਤੋ ਜਿਵੇਂ ਉਹ ਕਹਿੰਦੇ ਆ ਨਾ, ਜੈਸੇ ਘਾਸ ਘਾਸ ਤੇ ਅੰਨ ਅੰਨ ਤੇ ਹੋਏ, ਤੈਸੇ ਮਾਨੁਖ ਮਾਨੁਖ ਤੇ ਅਵਰ ਨ ਕਰਤਾ ਕੋਈ। ਇਹ ਨਾਸਤਕ ਲੋਕ ਕਹਿੰਦੇ ਆ, ਕਹਿੰਦੇ ਜਿਵੇਂ ਘਾਹ ਤੋਂ ਘਾਹ ਹੋ ਜਾਂਦਾ ਹੈ, ਅੰਨ ਤੋਂ ਆ ਕਣਕ ਬੀਜੋ ਤੇ ਕਣਕ ਹੋ ਜਾਂਦੀ ਹੈ, ਕਹਿੰਦੇ ਐਵੇਂ ਬੰਦੇ ਤੋਂ ਬੰਦਾ ਪੈਦਾ ਹੋਈ ਜਾਂਦਾ ਹੈ। ਤੋ ਸੰਸਾਰ ਜੀਵ ਤੋਂ ਜੀਵ ਪੈਦਾ ਹੋਈ ਜਾਂਦਾ ਹੈ, ਹੋਰ ਨਹੀਂ ਕੋਈ ਬਣਾਉਣ ਵਾਲਾ ਸੰਸਾਰ ਨੂੰ। ਇਹ ਨਾਸਤਕ ਲੋਕ ਕਿਉਂ ਕਹਿੰਦੇ ਆ? ਗਰੀਬ ਨਵਾਜ ਕਹਿੰਦੇ ਇਹ ਬ੍ਰਾਹਮਣ ਸਤਿਕਾਰਯੋਗ ਬਾਬਾ ਤੂੰ ਐਸੇ ਭਰਮ ਚੁਕਾਹੀ, ਜਿਹੜਾ ਮਨ ਵਿੱਚ ਭਰਮ ਹੈ ਨਾ ਸੰਸਾ ਵੀ ਪਰਮੇਸ਼ਰ ਹੈ ਹੀ ਨਹੀਂ, ਇਹ ਚੁਕਾਹੀ ਤੂੰ ਛੱਡਣਾ ਕਰ, ਛੱਡ ਦੇਣਾ ਕਰ। ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ। ਜਿਹੜਾ ਕੁਝ ਵੀ ਸੰਸਾਰ ਤੇ ਹੋ ਰਿਹਾ ਨਾ ਉਹਨੂੰ ਕਰਨ ਵਾਲਾ ਕੋਈ ਹੈ ਰੇ। ਕੋਈ ਤਾਂ ਹੈ ਜੋ ਇਹ ਸੰਸਾਰ ਦੀ ਚੇਸ਼ਟਾ ਕਰਵਾ ਰਿਹਾ ਹੈ। ਤੈਸੇ ਜਾਏ ਸਮਾਹੀ। ਤੇ ਅੰਤਲੇ ਸਮੇਂ ਜੇ ਬੰਦਗੀ ਕਰੀਏ, ਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਪੜ੍ਹੀਏ ਤੇ ਉਹ ਕਿਸੇ ਉਸ ਪਰਮੇਸ਼ਰ ਜਿਹੜਾ ਸੰਸਾਰ ਨੂੰ ਚਲਾ ਰਿਹਾ ਹੈ ਉਹਦੇ ਵਿੱਚ ਹੀ ਫੇਰ ਮੁੜ ਸਮਾ ਜਾਈਦਾ ਹੈ। ਰਹਾਉ ਵਿਸ਼ਰਾਮ ਬਖਸ਼ ਦੇ ਸਤਿਗੁਰੂ ਜੀ। ਇਸਤਰੀ ਪੁਰਖ ਹੋਏ ਕੈ। ਤੋ ਅੱਗੇ ਗਰੀਬ ਨਵਾਜ ਕਹਿੰਦੇ ਜਿਸ ਤਰ੍ਹਾਂ ਕੁਝ ਹੈ ਆਤਮਾ ਇੱਕੋ ਹੀ, ਕਈਆਂ ਆਤਮਾ ਨੇ ਇਸਤਰੀ ਦਾ ਸਰੀਰ ਧਾਰ ਲਿਆ, ਕਈਆਂ ਨੇ ਪੁਰਖ ਮਨੁੱਖ ਦਾ ਜਿਹੜਾ ਸਰੀਰ ਧਾਰਨਾ ਕੀਤਾ ਹੈ। ਕਿਆ ਓਏ ਕਰਮ ਕਮਾਹੀ। ਤੇ ਇਹਨਾਂ ਦੋਵਾਂ ਦੇ ਸੰਜੋਗ ਦਾ ਕਰਮ ਕਮਾਉਣ ਕਾਰਨ ਨਾਨਾ ਰੂਪ ਸਦਾ ਹੈ ਤੇਰੇ। ਤੇ ਆ ਵੇਖੋ ਕਿੰਨਾ ਸੰਸਾਰ ਪੈਦਾ ਹੋ ਰਿਹਾ, ਇਸਤਰੀ ਪੁਰਖ ਤੋਂ ਹੀ ਕਿੰਨਾ ਸੰਸਾਰ ਮਹਾਰਾਜ ਕਹਿੰਦੇ ਨਾਨਾ ਤਰ੍ਹਾਂ ਦੇ ਰੂਪ ਜੀਵਾਂ ਦੇ ਹੋ ਰਹੇ ਹਨ। ਕਿੰਨਾ ਸੰਸਾਰ ਜਿਹੜਾ ਪੈਦਾ ਹੋ ਰਿਹਾ ਹੈ। ਤੁਝ ਹੀ ਮਾਹੇ ਸਮਾਹੀ। ਤੇ ਹੇ ਪ੍ਰਭੂ ਪਰਮੇਸ਼ਰ ਨੂੰ ਇਉਂ ਕਹੋ ਕਿ ਹੇ ਪ੍ਰਭੂ ਜੀ ਆ ਜਿੰਨੇ ਜੀਵ ਹਨ ਤੁਸੀਂ ਆਪ ਹੀ ਪੁਰਖ ਤੇ ਇਸਤਰੀ ਦਾ ਰੂਪ ਧਾਰ ਕੇ ਉਹਨਾਂ ਦੇ ਸੰਜੋਗ ਤੋਂ ਆਪ ਹੀ ਮਹਾਰਾਜ ਜੀ ਕਿੰਨਾ ਜੀਵ ਬੱਚੇ ਤੇ ਕਿੰਨਾ ਸੰਸਾਰ ਪੈਦਾ ਹੋ ਰਿਹਾ। ਉਹ ਸੰਸਾਰ ਪੈਦਾ ਹੋਣ ਦੇ ਕਾਰਨ ਇਹ ਮਹਾਰਾਜ ਆਪ ਜੀ ਨਾਨਾ ਰੂਪ ਸੰਸਾਰ ਤੇ ਹੋ ਰਹੇ ਹੋ। ਤੇਰੇ ਹੀ ਸੱਚੇ ਪਾਤਸ਼ਾਹ ਪਰਮੇਸ਼ਰ ਸਾਰੇ ਰੂਪ ਹਨ ਤੇ ਤੇਰੇ ਵਿੱਚ ਹੀ ਅੰਤ ਨੂੰ ਸਮਾ ਜਾਣੇ ਆ। ਇਤਨੇ ਜਨਮ ਭੂਲ ਪਰੇ ਸੇ। ਬ੍ਰਾਹਮਣ ਜੀ ਇਉਂ ਜਾਣੋ ਵੀ ਆਪਾਂ ਕਿੰਨੇ ਜਨਮਾਂ ਤੋਂ ਜੰਮ ਕੇ ਮਰ ਰਹੇ ਹਾਂ ਤੇ ਇਤਨੇ ਜਨਮ ਇੰਨੇ ਜਿਹੜੇ ਗਿਣੇ ਨਹੀਂ ਜਾਂਦੇ, ਇੰਨੇ ਜਨਮਾਂ ਤੋਂ ਅਸੀਂ ਪਰਮੇਸ਼ਰ ਤੋਂ ਭੁੱਲੇ ਹੋਏ ਹਾਂ। ਜਾ ਪਾਇਆ ਤਾ ਭੂਲੇ ਨਾਹੀ। ਤੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਲਿਆ ਪ੍ਰਾਪਤ ਕੀਤਾ ਉਹ ਫਿਰ ਭੁੱਲੇ ਨਹੀਂ ਕਹੇ ਜਾਂਦੇ। ਜਿਨ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਚਾਹੇ ਲੱਖ ਜਨਮ ਵੀ ਵਿਛੜੇ ਰਹਿਣ, ਪਰ ਜਦੋਂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਉਹ ਜੀਵ ਭੁੱਲੇ ਨਹੀਂ ਕਹੇ ਜਾਂਦੇ ਹਨ। ਜਾ ਕਾ ਕਾਰਜ ਸੋਈ ਪਰ ਜਾਣ। ਜਿਸ ਪਰਮੇਸ਼ਰ ਦਾ ਕਾਰਜ ਹੈ ਨਾ, ਜੋ ਸੰਸਾਰ ਨੂੰ ਚਲਾਉਣਾ, ਜੋ ਵੀ ਕਾਰਜ ਪਰਮੇਸ਼ਰ ਦਾ ਉਹ ਆਪ ਹੀ ਜਾਣਦਾ ਹੈ। ਜੇ ਗੁਰ ਕੈ ਸ਼ਬਦ ਸਮਾਹੀ। ਤੋ ਜਿਹੜੇ ਗੁਰੂ ਦੇ ਸ਼ਬਦ ਵਿੱਚ ਸਮਾ ਜਾਂਦੇ ਆ ਨਾ, ਗੁਰੂ ਦੇ ਸ਼ਬਦ ਦੀ ਉਹ ਅਭਿਆਸ ਕਰਦੇ ਵੈ, ਮਸ਼ੱਕਤ ਘਾਲਦੇ ਵੈ, ਬੰਦਗੀ ਕਰਦੇ ਆ ਗੁਰੂ ਦੇ ਸ਼ਬਦ ਦੁਆਰਾ। ਬ੍ਰਾਹਮਣ ਜੀ ਉਹ ਜਾਣਦੇ ਆ, ਸੋਈ ਪਰ ਵਿਸ਼ੇਸ਼ ਕਰਕੇ ਜਾਣਦੇ ਆ ਵੀ ਪ੍ਰਭੂ ਪਰਮੇਸ਼ਰ ਹੀ ਜੋ ਕਰ ਰਿਹਾ ਕਰਦਾ ਹੈ। ਨਾਸਤਿਕ ਨਹੀਂ ਜਾਣ ਪਾਉਂਦੇ ਆ। ਤੇਰਾ ਸ਼ਬਦ ਤੂੰ ਹੈ ਕਰਤੇ, ਇਹ ਜਿਹੜਾ ਵੈ ਤੇਰਾ ਸ਼ਬਦ ਤੂੰ ਹੈ ਆਪੇ ਪਰਮੇਸ਼ਰ। ਗੁਰੂ ਨਾਨਕ ਪਾਤਸ਼ਾਹ ਜੀ ਸਾਰਾ ਜਿਹੜਾ ਗੁਰਬਾਣੀ ਹੈ ਅਕਾਲ ਪੁਰਖ ਪਰਮੇਸ਼ਰ ਜੀ ਤੇਰਾ ਸ਼ਬਦ, ਤੁਹਾਡਾ ਹੀ ਸ਼ਬਦ ਬਖਸ਼ਿਆ ਹੋਇਆ ਜੀਵਾਂ ਨੂੰ ਸੁਖ ਦੇਣ ਵਾਸਤੇ। ਸ਼ਬਦ ਰੂਪ ਬਾਣੀ ਤੂੰ ਹੈ ਆਪੇ, ਤੇ ਆਪ ਹੀ ਪਰਮੇਸ਼ਰ ਪ੍ਰਭੂ ਤੂੰ ਹੀ ਸ਼ਬਦ ਵਿੱਚ ਵਰਤ ਰਿਹਾ ਹੈ। ਆਪ ਭਰਮ ਕਹਾਹੀ। ਤੇ ਫਿਰ ਬ੍ਰਾਹਮਣ ਜੀ ਭਰਮ ਕਹਾ ਹੀ, ਭਰਮ ਕਿੱਥੇ ਹੈ?
ਜਦੋਂ ਸਾਰੇ ਪਾਸੇ ਪਰਮੇਸ਼ਰ ਵਿਆਪਕ ਵੈ, ਪਰਮੇਸ਼ਰ ਹੀ ਕਰਨ ਵਾਲਾ, ਪਰਮੇਸ਼ਰ ਹੀ ਕਰਵਾਉਣ ਵਾਲਾ, ਦੇਣ ਵਾਲੇ ਵਿੱਚ ਵੀ ਪਰਮੇਸ਼ਰ ਤੇ ਲੈਣ ਵਾਲੇ ਵਿੱਚ ਵੀ ਪਰਮੇਸ਼ਰ ਹੈ, ਫਿਰ ਦੱਸੋ ਭਰਮ ਕਿੱਥੇ ਹੈ। ਨਾਨਕ ਤਤ ਤਤ ਸਿਆ ਮਿਲਿਆ। ਤੋ ਮਹਾਰਾਜ ਕਹਿੰਦੇ ਗੱਲ ਇਹ ਹੈ ਬ੍ਰਾਹਮਣ ਜੀ, ਜਦੋਂ ਤਤ ਕਹੀਏ ਜੀਵ ਤੇ ਦੂਸਰਾ ਤਤ ਕਹੀਏ ਪਰਮੇਸ਼ਰ ਬ੍ਰਹਮ, ਤੋ ਜਦੋਂ ਜੀਵ ਤਤ ਕਹੀਏ ਬ੍ਰਹਮ ਦੇ ਨਾਲ ਮਿਲ ਜਾਂਦਾ ਹੈ, ਪੁਨਰਪ ਜਨਮ ਨ ਆਹੀ। ਤੇ ਪੁਨः ਉਕਤ ਫਿਰ ਜਨਮ ਨਹੀਂ ਹੁੰਦਾ। ਉਸ ਤੋਂ ਬਾਅਦ ਫਿਰ ਬਹੁੜ ਨ ਭਵਜਲ ਫੇਰਾ, ਫੇਰ ਸੰਸਾਰ ਤੋਂ ਜੰਮਣ ਮਰਨ ਮੁੱਕ ਜਾਂਦਾ ਹੈ। ਚਾਪਈ ਵੇਦ ਪੁਰਾਨਨ ਕੋ ਉਪਦੇਸ਼। ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਇਹ ਸਾਧ ਸੰਗ ਦੀ ਪਾਵਨ ਪਵਿੱਤਰ ਸ਼ਬਦ ਜਿਹੜਾ ਇੱਥੇ ਉਚਾਰਨ ਕੀਤਾ, ਥਾਨੇਸਰ ਨਾਵੇਂ ਤੀਰਥ ਤੇ ਬ੍ਰਾਹਮਣਾਂ ਦਾ ਸੰਸਾ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਨਿਵਰਤ ਕੀਤਾ। ਤੋ ਇਸੇ ਸ਼ਬਦ ਦਾ ਹੁਣ ਕਵੀ ਜੀ ਆਪਦੀ ਮਤ ਅਨੁਸਾਰ ਖੁਲਾਸਾ ਕਰਦੇ ਆ। ਕਹਿੰਦੇ ਆ ਕਿ ਮਹਾਰਾਜ ਕਹਿੰਦੇ ਆ ਇਹਨਾਂ ਬ੍ਰਾਹਮਣਾਂ ਦੇ ਤਾਈਂ, ਬ੍ਰਾਹਮਣ ਜੀ ਤੁਸੀਂ ਪੁੱਛਦੇ ਹੋ ਕਿ ਵੇਦ ਸ਼ਾਸਤਰ ਪਹਿਲਾਂ ਹੀ ਸੀਗੇ, ਕੀ ਲੋੜ ਪਈ ਗੁਰੂ ਨਾਨਕ ਪਾਤਸ਼ਾਹ ਨੂੰ ਬਾਣੀ ਉਚਾਰਨ ਦੀ। ਤੋ ਜਾਣੋ ਵੇਦ ਪੁਰਾਨਨ ਕੋ ਉਪਦੇਸ਼, ਜਿਹੜਾ ਵੇਦਾਂ ਤੇ ਪੁਰਾਣਾਂ ਦਾ ਉਪਦੇਸ਼ ਹੈ, ਸਿਧਾਂਤ ਹੈ, ਕਿਸਹੁ ਕੋ ਪ੍ਰਾਪਤ ਕਿਸ ਦੇਸ਼। ਤੇ ਕਿਸੇ ਨੂੰ ਪ੍ਰਾਪਤ ਹੁੰਦਾ ਹੈ, ਕਿਸੇ ਇੱਕ ਦੇਸ਼ ਵਾਲੇ ਨੂੰ ਪ੍ਰਾਪਤ ਹੁੰਦਾ ਹੋਏ, ਕਿਉਂਕਿ ਸੰਸਕ੍ਰਿਤ ਸਾਰੇ ਨਹੀਂ ਪੜ੍ਹ ਲੈਂਦੇ, ਤੋ ਕਿਸੇ ਇੱਕ ਦੇਸ਼ ਵਿੱਚ ਇੱਕ ਕਿਸੇ ਜੀਵ ਨੂੰ ਪ੍ਰਾਪਤ ਹੁੰਦਾ, ਸਾਰਿਆਂ ਨੂੰ ਨਹੀਂ। ਪ੍ਰਥਮੇ ਨੀਕੀ ਹੋਵਹਿ ਜਾਤ। ਤੇ ਉਹਦੇ ਵਾਸਤੇ ਕੁਝ ਮਰਿਆਦਾ ਬੰਨੀ ਹੋਈ ਆ ਤੁਸਾਂ ਨੇ ਕਿ ਪਹਿਲਾਂ ਜੀਵ ਦੀ ਉੱਚੀ ਜਾਤ ਹੋਣੀ ਚਾਹੀਦੀ ਹੈ, ਜਿਨੇ ਵੇਦ ਪੜ੍ਹਨੇ ਉੱਚੀ ਜਾਤ ਦਾ ਹੋਵੇ। ਪੁਨ ਤਿਸ ਤੇ ਚਹ ਮਤ ਅਬਿਦਾਤ। ਤੇ ਦੂਜੀ ਗੱਲ ਵੀ ਵੇਦ ਪੜ੍ਹਨ ਵਾਸਤੇ ਮਤ ਵੀ ਬੜੀ ਤੇਜ਼, ਬੁੱਧੀ ਬੜੀ ਤੀਛਣ ਚਾਹੀਦੀ ਹੈ। ਬਹੁਰ ਅਭਿਆਸ ਕਮਾਵਹਿ ਕਨੋ। ਤੇ ਫਿਰ ਘਣੋ ਅਭਿਆਸ ਕਰਨਾ ਪੈਂਦਾ ਹੈ। ਵੇਦ ਪੜ੍ਹ ਕੇ ਬੜਾ ਇਹਦਾ ਅਭਿਆਸ ਕਰਨਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ, ਪਕਾਉਣਾ ਪੈਂਦਾ ਹੈ। ਦੁਰ ਦੁਰ ਬੈਠਤ ਕਬਹੂ ਪਨੋ। ਤੇ ਕਦੇ ਵਿਚਾਰੇ ਵੇਦ ਪੜ੍ਹਨ ਵਾਲੇ ਛੁਪ ਛੁਪ ਕੇ ਜੰਗਲਾਂ ਵਿੱਚ ਬਹਿ ਬਹਿ ਕੇ ਵੇਦਾਂ ਦਾ ਅਭਿਆਸ ਕਰਦੇ ਆ। ਪੁਨਹ ਪ੍ਰੇਮ ਪਰਲੋਕ ਕਰੈ ਜੋ। ਤੇ ਪੁਨः ਫਿਰ ਇਸ ਤਰ੍ਹਾਂ ਕਰਦੇ ਵੈ, ਲੁਕ ਲੁਕ ਕੇ ਜਿਸ ਤਰ੍ਹਾਂ ਇਹ ਕਰਦੇ ਵੈ। ਪੁਨः ਪ੍ਰੇਮ ਪਰਲੋਕ ਕਰੈ ਜੋ। ਪੁਨः ਫਿਰ ਜਿਹੜਾ ਸਾਰੇ ਲੋਕਾਂ ਤੋਂ ਪਰ ਕਹੀਏ ਪਰੇ ਆ, ਜੋ ਜਿਹੜੇ ਉਹਦੇ ਨਾਲ ਪ੍ਰੇਮ ਕਰੇ, ਪ੍ਰੇਮ ਕਰਦੇ ਆ ਨਾ ਪ੍ਰਭੂ ਪਰਮੇਸ਼ਰ ਦੇ ਨਾਲ, ਜੋ ਕੋਟ ਮਧੇ ਨਰ ਕੋ ਨਿਤਰੈ ਜੋ। ਉਹ ਵੇਦ ਪੜ੍ਹਨ ਵਾਲਿਆਂ ਵਿੱਚੋਂ ਕੋਈ ਇੱਕ ਹੁੰਦਾ ਜਿਹੜਾ ਨਿਤਰਦਾ, ਭਾਵ ਕਿ ਸਾਰੇ ਹੀ ਮਹਾਰਾਜ ਕਹਿੰਦੇ ਵੇਦ ਪੜ੍ਹਨ ਵਾਲੇ ਤਾਂ ਨਹੀਂ ਨਾ ਪਰਮੇਸ਼ਰ ਦੀ ਪ੍ਰਾਪਤੀ ਕਰ ਪਾਉਂਦੇ। ਪਹਿਲਾਂ ਤਾਂ ਪੜ੍ਹਦੇ ਹੀ ਬੜੇ ਥੋੜੇ ਆ, ਉਹਨਾਂ ਥੋੜਿਆਂ ਵਿੱਚੋਂ ਬੜੇ ਥੋੜੇ ਆ ਜਿਹੜੇ ਉਹਦਾ ਸਿਧਾਂਤ ਜਾਣ ਕੇ ਤੇ ਪਰਮੇਸ਼ਰ ਦੀ ਪ੍ਰਾਪਤੀ ਕਰਦੇ ਹਨ। ਜਥਾ ਕੋਪ ਕੋ ਨੀਰ ਪਛਾਨ। ਜਾਣੋ ਜਿਵੇਂ ਇੱਕ ਖੂਹ ਦਾ ਪਾਣੀ ਹੁੰਦਾ ਡੂੰਘਾ, ਕੋ ਜਬ ਕਾਲਹਿ ਕਾਲ ਮਹਾਨ। ਤੇ ਉਹ ਖੂਹ ਦਾ ਪਾਣੀ ਪ੍ਰਾਪਤ ਉਸੇ ਨੂੰ ਹੋਵੇਗਾ ਜਿਹੜਾ ਕੋਈ ਬੜੀ ਮਿਹਨਤ ਮਸ਼ੱਕਤ ਘਾਲਣਾ ਘਾਲੇਗਾ। ਉਹ ਵਿੱਚ ਡੋਲ ਸਿੱਟ ਸਿੱਟ ਕੇ ਰੱਸਿਆਂ ਨਾਲ, ਜਾਂ ਪਹਿਲਾਂ ਖੂਹ ਪੱਟੇਗਾ, ਫਿਰ ਉਹ ਖੂਹ ਦੇ ਉੱਪਰ ਭੌਣੀ ਆਦਿਕ ਲਾ ਕੇ ਜਾਂ ਹਰਹਟ ਲਾ ਕੇ ਟਿੰਡਾਂ ਸਿੱਟ ਕਰਕੇ ਉਹ ਬਲਦ ਗੇੜ ਗੇੜ ਕੇ, ਜਿਵੇਂ ਸਾਧ ਸੰਗਤ ਜੀ ਉਹ ਵਾਹ ਵਾਹ ਕੇ ਬਲਦ ਫਿਰ ਪਾਣੀ ਖੂਹ ਦਾ ਪ੍ਰਾਪਤ ਹੁੰਦਾ। ਮਾਰੇ ਕਹਿੰਦੇ ਬ੍ਰਾਹਮਣ ਜੀ ਇਹ ਵੇਦ ਖੂਹ ਦੇ ਪਾਣੀ ਵਰਗੇ ਜਾਣੋ, ਜਿਵੇਂ ਖੂਹ ਦਾ ਪਾਣੀ ਮਸਾਂ ਪ੍ਰਾਪਤ ਹੁੰਦਾ ਮਿਹਨਤ ਕਰਕੇ। ਨਿਜ ਹਿਤ ਕੁਛ ਖੇਤੀ ਕਰ ਲੇਤ। ਤੇ ਜਿਵੇਂ ਖੂਹ ਦਾ ਪਾਣੀ ਨਾਲ ਫਿਰ ਜਿਹਦਾ ਖੂਹ ਲੱਗਿਆ ਹੁੰਦਾ ਜ਼ਮੀਨ ਵਿੱਚ, ਉਹ ਆਪਦੇ ਭਲੇ ਵਾਸਤੇ ਸਾਰੀ ਜ਼ਮੀਨ ਨਹੀਂ, ਥੋੜੀ ਕੁ ਜ਼ਮੀਨ ਬੀਜ ਲੈਂਦਾ ਜਿੰਨੀ ਕੁ ਖੂਹ ਪਾਲ ਸਕਦਾ ਹੈ। ਜੇ ਨਿਤ ਪਾਲਣ ਸੋ ਕਰ ਹੇਤ। ਤੇ ਉਹ ਜਿੰਨੀ ਕੁ ਬਸ ਹੁੰਦੀ ਆਪਦਾ ਭਲਾ, ਨਿਜ ਹਿਤ ਆਪਦੇ ਵਾਸਤੇ ਹੀ ਪਾਲ ਲੈਂਦਾ ਹੈ, ਆਪਦੇ ਵਾਸਤੇ ਉਹ ਥੋੜੀ ਕੁ ਖੇਤੀ ਕਰ ਲੈਂਦਾ ਹੈ। ਸ਼੍ਰੀ ਸਤਿਗੁਰ ਕੋ ਸ਼ਬਦ ਸੁਖਾਰੋ। ਪਰ ਇਹ ਜਾਣੋ ਵੇਦ ਤੁਹਾਡੇ ਐਸੇ ਹੈ ਜਿਵੇਂ ਖੂਹ ਆਪਦੇ ਲਾਗੇ ਲਾਗੇ ਵਾਲੀ ਜ਼ਮੀਨ ਹੀ ਪਾਲਦਾ ਹੈ, ਦੂਰ ਦੀ ਨਹੀਂ। ਗਰੀਬ ਨਵਾਜ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਜਿਹੜੀ ਬਾਣੀ ਵੈ ਉਹ ਜਾਣੋ ਕੈਸੀ ਹੈ। ਸਰਬ ਜਾਤ ਕੋ ਹੈ ਅਧਿਕਾਰੋ। ਇੱਕ ਤਾਂ ਬਾਣੀ ਸੌਖੀ ਪ੍ਰਾਪਤ ਹੋ ਜਾਂਦੀ ਹੈ, ਫਿਰ ਸਾਰੀਆਂ ਜਾਤਾਂ ਨੂੰ ਅਧਿਕਾਰ ਹੈ ਵੀ ਸਾਧ ਸੰਗ ਜੀ ਕੋ ਗਾਵੇ ਕੋ ਸੁਣੈ ਕੋ ਕਰੇ ਵਿਚਾਰ। ਕੋਈ ਗਾਈ ਜਾਵੇ, ਕੋਈ ਸੁਣੀ ਜਾਵੇ, ਕੋਈ ਇਹਦਾ ਵਿਚਾਰ ਕਰੇ। ਇਸ ਜਿਹੜੀ ਮਰਜ਼ੀ ਜਾਤ ਹੋਵੇ, ਬ੍ਰਾਹਮਣ ਖੱਤਰੀ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ।
ਸਾਰਿਆਂ ਦੇ ਤਾਈ ਮਹਾਰਾਜ ਦੀ ਆਗਿਆ ਵੀ ਜਿਹੜਾ ਮਰਜੀ ਇਹ ਬਾਣੀ ਪੜ੍ਹ ਕੇ ਲਾਹਾ ਲੈ ਲਵੇ। ਸਰਬ ਕਾਲ ਅਰ ਸਗਰੇ ਦੇਸ਼। ਤੇ ਇਹ ਹਰ ਸਮੇਂ ਫਿਰ ਪੜ੍ਹ ਸਕਦਾ ਹੈ। ਵੇਦਾਂ ਦੀ ਕੋਈ ਮਰਿਆਦਾ ਵੇ, ਐਸ ਸਮੇਂ ਨਹੀਂ ਪੜ੍ਹਨਾ, ਇਸ ਸਮੇਂ ਪੜ੍ਹਨੇ। ਗੁਰਬਾਣੀ ਦੀ ਕੀ ਮਰਿਆਦਾ ਖਾਲਸਾ ਜੀ? ਕੁਝ ਬਾਣੀਆਂ ਤੋਂ ਛੁੱਟ ਜਿਹੜੀ ਬਾਣੀ ਗੁਰਬਾਣੀ ਜਦੇ ਮਰਜੀ ਪੜ੍ਹੋ ਤੇ ਆਨੰਦ ਲੈਣਾ ਕਰੋ, ਫਿਰ ਜਿੱਥੇ ਮਰਜੀ ਬੈਠ ਕੇ ਪੜ੍ਹਨੀ ਕਰੋ। ਲਾਗ ਵਿਸਾਲ ਸਭ ਹਤ ਹੈ ਕਲੇਸ਼। ਤੇ ਇਹ ਸਾਧ ਸੰਗ ਜੀ ਥੋੜੀ ਘਾਲਣਾ, ਮਹਾਰਾਜ ਕਹਿੰਦੇ ਬ੍ਰਾਹਮਣ ਜੀ ਥੋੜੀ ਘਾਲਣਾ ਘਾਲ ਕੇ ਤੇ ਸਾਰੇ ਕਲੇਸ਼ ਵਿਗਣ ਜਿਹੜੇ ਵਾ ਉਹ ਨਾਸ਼ ਕਰ ਲਈਦੇ ਹੈ। ਧਨੀ ਨਿਰਤਨੀ ਸਭ ਲੈ ਪਾਏ। ਫਿਰ ਇਹ ਨਹੀਂ ਮਾਇਆ ਵਾਲੇ ਨੂੰ ਇਹ ਬਾਣੀ ਮਿਲ ਜਾਵੇਗੀ ਤੇ ਜਿਹੜਾ ਕੋਈ ਉਹ ਗਰੀਬ ਹੈ ਉਹ ਬਾਣੀ ਤੋਂ ਵਾਂਝਾ ਰਹਿ ਜਾਏਗਾ। ਇਹ ਪੈਸੇ ਵਾਲੇ ਧਨੀ ਤੇ ਨਿਰਧਨੀ ਨੰਗ ਮਲੰਗ ਸਭ ਦੇ ਵਾਸਤੇ ਮਹਾਰਾਜ ਦਾ ਇੱਕੋ ਉਪਦੇਸ਼ ਹੈ। ਸਾਰੇ ਗੁਰਬਾਣੀ ਦਾ ਲਾਹਾ ਲੈ ਸਕਦੇ ਆ। ਉਠਤ ਬੈਠਤ ਹਰ ਗੁਣ ਗਾਏ। ਜਦੋਂ ਮਰਜੀ ਉੱਠਦਿਆਂ ਬਹਿੰਦਿਆਂ ਜਦੋਂ ਮਰਜੀ ਹਰੀ ਪਰਮੇਸ਼ਰ ਦੇ ਗੁਰੂ ਬਾਣੀ ਦੁਆਰਾ ਗੁਣ ਗਾਈਏ। ਬਿਨਾ ਸਾਚ ਕਹਿ ਕਰਹਿ ਇਸ਼ਨਾਨ। ਤੇ ਬਿਨਾ ਕੱਲਾ ਇਸ਼ਨਾਨ ਕਰਕੇ ਹੀ ਬਿਨਾ ਸੋਚ ਕੋ ਬਹੁਤੀ ਪਵਿੱਤਰਤਾ, ਜਿਵੇਂ ਉਹ ਸਾਧ ਸੰਗਤ ਦੀ ਮੰਨੀ ਹੈ ਨਾ ਵੇਦਾਂ ਦੀ, ਜਿੱਥੇ ਵੇਦ ਉਹ ਪ੍ਰਕਾਸ਼ ਕਰਦੇ ਆ ਜਾਂ ਜਿੱਥੇ ਬੇਦੀ ਰਚਦੇ ਟੋਏ ਪੁੱਟ ਕੇ ਵੇਖਦੇ ਕਿੰਨੇ ਕਿੰਨੇ ਫੁੱਟ ਕੇ ਹੇਠਾਂ ਕੋਈ ਹੱਡ ਨਹੀਂ ਹੈ। ਤੋ ਇਹੋ ਜਿਹੀ ਜਿਹੜੀ ਪਵਿੱਤਰਤਾ ਹੈ ਉਹ ਕਰਮਕਾਂਡ ਵਜੋਂ ਇਹੋ ਜਿਹੀ ਕਿਸੇ ਪਵਿੱਤਰਤਾ ਦੀ ਲੋੜ ਨਹੀਂ। ਤੋ ਕੇਵਲ ਇਸ਼ਨਾਨ ਕਰਕੇ ਸਰੀਰ ਦੀ ਕਿਰਿਆ ਬਾਹਰੀ ਸੋਧ ਕਰਕੇ ਤੇ ਗੁਰਬਾਣੀ ਕੋਈ ਪੜ੍ਹ ਸਕਦਾ ਹੈ। ਕਰਹਿ ਭਜਨ ਪਾਵਹਿ ਕਲਿਆਣ। ਗੁਰਬਾਣੀ ਦਾ ਭਜਨ ਕੀਰਤਨ ਕਰੇ ਤੇ ਕਲਿਆਣ ਪ੍ਰਾਪਤ ਕਰ ਲਵੇ ਕੋਈ ਜੀਵ ਵੀ। ਨੀਚ ਊਚ ਸਭ ਕੋ ਇੱਕ ਸਾਰ। ਨੀਵਿਆਂ ਉੱਚੀਆਂ ਜਾਤੀ ਵਾਲਿਆਂ ਸਾਰਿਆਂ ਨੂੰ ਇੱਕ ਸਾਰ ਮਿਲੀ ਹੋਈ ਬਾਣੀ ਹੈ। ਤਿਸ ਪਰ ਸੁਣ ਦ੍ਰਿਸ਼ਟਾਂਤ ਉਦਾਰ। ਮਹਾਰਾਜ ਕਹਿੰਦੇ ਸੁਣੋ ਭਾਈ, ਵੱਡਾ ਦ੍ਰਿਸ਼ਟਾਂਤ ਦੇਨੇ ਆ, ਪ੍ਰਮਾਣ ਦੇ ਕੇ ਤੁਹਾਨੂੰ ਸਮਝਾਉਂਦੇ ਹਾਂ। ਵੇਦ ਪੁਰਾਨ ਕੂਪ ਜਲ ਜੈਸੇ। ਜਿਹੜੇ ਵੇਦ ਤੇ ਪੁਰਾਣਾਂ ਨੇ ਖੂਹ ਦਾ ਜਲ ਹੁੰਦਾ ਜੈਸੇ ਇਸ ਤਰ੍ਹਾਂ ਹਨ। ਭਰੋਸਾ ਕੋ ਇੱਕ ਕਿਤ ਕੈਸੇ। ਇਹ ਕਿਸੇ ਇੱਕ ਅੱਧੇ ਨੂੰ ਹੀ ਵਰਸਾਉਂਦੇ ਵਾ। ਇੱਕ ਜਿਵੇਂ ਖੂਹ ਇੱਕ ਅੱਧੇ ਘਰ ਦੀ ਖੇਤੀ ਪਾਲਦਾ, ਦੋ ਦੀ ਪਾਲ ਦੂ, ਚੌਂ ਦੀ ਹੱਦ ਪੰਜਾਂ ਦੀ ਪਾਲ ਦੂ, ਕੋਈ ਬਹੁਤਾ ਵੱਡਾ ਹੈ ਤਾਂ 10 ਦੀ ਪਾਲ ਦੇਊਗਾ। ਇੰਨੀ ਕੁ ਖੇਤੀ ਜਿਵੇਂ ਖੂਹ ਪਾਲਦਾ ਹੈ, ਇਹ ਵੇਦ ਸ਼ਾਸਤਰ ਤਾਂ ਬਸ ਤੁਹਾਡੇ ਆਪ ਦੇ ਘਰਾਣੇ ਵਿੱਚ ਬ੍ਰਾਹਮਣਾਂ ਜੋਗੇ ਹੀ ਹਨ। ਸਤਿਗੁਰ ਬਾਣੀ ਮੇਘ ਸਮਾਨ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਬਾਣੀ ਤਾਂ ਇਹ ਸੰਨਿਆਸੀ ਬ੍ਰਾਹਮਣ ਜੀ ਬੱਦਲਾਂ ਦੇ ਵਰਗੀ ਹੈ, ਬੱਦਲਾਂ ਦੇ ਪਾਣੀ ਵਰਗੀ ਹੈ। ਬਰਖੈ ਚਾਹੁ ਦਿਸ਼ ਵਿਖੈ ਮਹਾਨ। ਤੇ ਚਾਰੇ ਦਿਸ਼ਾਂ ਦੀ ਨਿਆਈ, ਚਾਰੇ ਵਰਨਾ, ਚਾਰੇ ਆਸ਼ਰਮਾਂ ਵਿੱਚ ਵਰਦੀ ਹੈ। ਕੋਈ ਵੀ ਪੜ੍ਹੇ ਕੋਈ ਸੁਣੇ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਬੱਦਲਾਂ ਦੇ ਵਰਦੇ ਮੀਂਹ ਵਰਗੀ ਹੈ, ਚਾਰੇ ਪਾਸੇ ਵਰਦੀ ਹੈ। ਬਨ ਕੇ ਪਸ ਪੰਛੀ ਸੁਖ ਪਾਵਹਿ। ਆ ਜੰਗਲਾਂ ਦੇ ਪਸ਼ੂ ਪੰਛੀ ਵੀ ਪਸ ਪ੍ਰੇਤ ਮੁਗਧ ਕਾ ਤਾਰੇ ਪਾਹਣ ਪਾਰ ਉਤਾਰੇ। ਇਹ ਗੁਰਬਾਣੀ ਨੇ ਪੱਥਰ ਕੀ ਪਸ਼ੂ ਪੰਛੀ ਸਾਰਿਆਂ ਦਾ ਉਧਾਰ ਕੀਤਾ ਹੈ, ਕਰਦੀ ਹੈ। ਕਰਹਿ ਪਾਣ ਅਰ ਤਪਤ ਮਿਟਾਵਹਿ। ਤੋ ਜਿਵੇਂ ਖੂਹ ਦੇ ਪਾਣੀ ਨਾਲ ਸਾਧ ਸੰਗਤ ਨੂੰ, ਪੰਛੀਆਂ ਨੂੰ ਵਿਚਾਰਿਆਂ ਨੂੰ ਕੀ ਭਾਅ ਖੂਹ ਦੇ ਪਾਣੀ ਦਾ, ਜਾਨਵਰ ਨੂੰ ਕੀ ਭਾਅ, 2-4 ਪੀ ਲੈਣਗੇ ਤੋ ਉਸ ਲਾਗੇ ਦੇ ਜਾਨਵਰ ਜਲ ਛਕ ਲੈਣਗੇ ਖੂਹ ਦਾ। ਪਰ ਜੇ ਕਿਤੇ ਮੀਂਹ ਪੈ ਜਾਵੇ ਤੇ ਸਾਰੇ ਚਿੜੀਆਂ ਜਨੌਰ ਪੰਛੀਆਂ ਨੂੰ ਸਾਰਿਆਂ ਨੂੰ ਆਨੰਦ ਮਿਲਦਾ। ਇਹ ਗੁਰਬਾਣੀ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਆ ਕਿ ਵਰਦੇ ਬੱਦਲ ਵਰਗੀ ਮੀਂਹ ਵਰਗੀ ਹੈ, ਸਾਰਿਆਂ ਨੂੰ ਹੀ ਆਨੰਦ ਪ੍ਰਾਪਤ ਕਰਾਉਂਦੀ ਵੈ। ਤੋ ਪਾਣ ਅਰ ਤਪਤ ਮਿਟਾਵੈ। ਜਿਹੜਾ ਇਹ ਛਕੇਗਾ ਗੁਰਬਾਣੀ ਰੂਪੀ ਮੀਂਹ ਦੇ ਜਲ ਨੂੰ, ਇਹ ਸਾਧ ਸੰਗਤ ਜੀ ਉਹਦੀ ਤਪਤ ਜਿਹੜੀ ਵੈ ਜਨਮਾਂ ਜਨਮਾਂ ਦੀ, ਇਹ ਪਾਵਨ ਗੁਰਬਾਣੀ ਜਿਹੜੀ ਵੈ ਉਹ ਮਿਟਾਉਣ ਦੇ ਸਮਰੱਥ ਹੈ। ਕੋਪ ਕਿਸੂ ਕਹਿ ਹੋਏ ਕਿ ਨਾਹੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਹੜਾ ਖੇਤੀ ਵੈ ਕਰਨ ਵਾਲੇ ਜਾਂ ਜਿਸ ਤਰ੍ਹਾਂ ਇਹ ਪ੍ਰਾਪਤੀ ਹੁੰਦੀ ਵੈ ਸਾਰਿਆਂ ਨੂੰ ਸੁਖ, ਕੂਪ ਕਿਸੂ ਕੇ ਹੋਵੇ ਕਿ ਨਾਹੀ। ਜਿਹੜਾ ਖੂਹ ਹੈ ਉਹ ਕਿਸੇ ਜ਼ਿਮੀਂਦਾਰ ਦੇ ਹੁੰਦਾ ਹੈ ਤੇ ਕਿਸੇ ਦੇ ਨਹੀਂ ਹੁੰਦਾ, ਗਰੀਬੀ ਹੋਣ ਕਰਕੇ। ਇੱਕ ਸਮ ਘਨ ਤੇ ਸਭ ਸੁਖ ਪਾਹੀ। ਪਰ ਬੱਦਲ ਜਿਹੜੇ ਆ ਨਾ ਉਹ ਨਹੀਂ ਨਾ ਵੇਖਦੇ ਕੋਈ ਗਰੀਬ ਤੇ ਵੱਡਾ, ਉਹ ਸਾਰਿਆਂ ਨੂੰ ਇੱਕੋ ਜਿਹਾ ਮੀਂਹ ਬਣਾਉਂਦੇ ਵਾ। ਇਸ ਤਰ੍ਹਾਂ ਹੁਣ ਤੁਹਾਡੇ ਵੇਦ ਸ਼ਾਸਤਰ ਖੂਹ ਦੀ ਨਿਆਈ ਆ ਬ੍ਰਾਹਮਣ ਜੀ, ਕੋਈ ਪੜ੍ਹ ਲੈਂਦੇ ਆ ਜਿਹੜੇ ਸੰਸਕ੍ਰਿਤ ਜਾਣਦੇ ਵਾ ਤੇ ਉਹ ਤਾਂ ਲਾਹਾ ਲੈ ਲੈਣਗੇ, ਪਰ ਜਿਹੜੇ ਸੰਸਕ੍ਰਿਤ ਵਿਦਿਆ ਜਾਂ ਬੁੱਧੀ ਤੇਜ ਨਹੀਂ, ਉਹਨਾਂ ਵਿਚਾਰਿਆਂ ਦਾ ਕੀ ਬਣੇਗਾ, ਨੀਵੀਂ ਜਾਤ ਵਾਲਿਆਂ ਦਾ।
ਗੁਰਬਾਣੀ ਨੇ ਉਹ ਮੀਂਹ ਵਾਲੀ ਵੰਡ ਕੀਤੀ ਹੈ, ਸਾਰਿਆਂ ਨੂੰ ਇੱਕੋ ਵਾਂਗੂ ਰੱਖਿਆ ਹੈ। ਸਗਰੇ ਖੇਤੀ ਬੋਏ ਪਕਾਏ, ਜਿਵੇਂ ਸਾਰੇ ਜ਼ਿਮੀਂਦਾਰ ਖੇਤੀ ਪਕਾਉਂਦੇ ਬੀਜਦੇ ਆ ਮੀਂਹ ਦੇ ਜਲ ਤੋਂ, ਤੇ ਖੂਹ ਦੇ ਜਲ ਤੋਂ ਤਾਂ ਉਹੀ ਇਕੱਲਾ ਖੇਤੀ ਕਰੇਗਾ ਜਿਹਦੇ ਪਾਸ ਖੂਹ ਹੈ। ਮੀਂਹ ਦੀ ਖੇਤੀ ਸਾਰੇ ਬੀਜਦੇ ਪਕਾਉਂਦੇ ਆ, ਬਿਨਾ ਜਤਨ ਸਭ ਹੀ ਸੁਖ ਪਾਏ। ਫਿਰ ਯਤਨ ਕੋਈ ਕਰਨਾ ਨਹੀਂ ਪੈਂਦਾ। ਖੂਹ ਚੋਂ ਪਾਣੀ ਕੱਢਣ ਵਾਸਤੇ ਤਾਂ ਬੜਾ ਔਖਾ ਹੋਣਾ ਪੈਂਦਾ, ਪਰ ਬ੍ਰਾਹਮਣ ਜੀ ਮੀਂਹ ਪੈਂਦਾ ਹੈ ਉਹਦੇ ਵਾਸਤੇ ਤਾਂ ਕੋਈ ਯਤਨ ਨਹੀਂ ਨਾ, ਚੁੱਪ ਕਰਕੇ ਬੈਠ ਜਾਣਾ ਐਨ ਮਹਾਰਾਜ ਮੂਹਲੇ ਧਾਰ ਕਿਆਰੇ ਭਰ ਮੀਂਹ ਪਾਉਂਦਾ ਵੈ। ਤੋ ਇਹੋ ਜੀ ਦਇਆ ਪਰਮੇਸ਼ਰ ਅਕਾਲ ਪੁਰਖ ਦੀ ਹੈ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜਿਹੜੀ ਉਹ ਮੀਂਹ ਵਰਗੀ ਹੈ, ਇੱਕੋ ਵੰਡ ਰੱਖਦੀ ਹੈ ਛੋਟੇ ਵੱਡੇ ਦੀ। ਤਿਉ ਸਤਿਗੁਰ ਕੇ ਸ਼ਬਦ ਸੁਖੇਨ, ਤੋ ਇਉਂ ਜਾਣ ਲਓ ਬ੍ਰਾਹਮਣ ਜੀ, ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਸੌਖਾ ਹੀ ਬਾਣੀ ਪ੍ਰਾਪਤ ਹੋਣ ਵਾਲੀ ਹੈ, ਮੀਂਹ ਦੇ ਪਾਣੀ ਵਤ ਹੈ। ਪੜ੍ਹ ਗਤ ਪ੍ਰਾਪਤ ਜੇ ਨ ਰੋਕੇਨ, ਜੇ ਕੋਈ ਇਹਨੂੰ ਪੜ੍ਹੇਗਾ ਸੁਣੇਗਾ ਉਹ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਉਹਦੀ ਕਲਿਆਣ ਹੁੰਦੀ ਹੈ। ਇਹੋ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਹੈ, ਸਾਰਿਆਂ ਦੇ ਉਹ ਕੱਟਣ ਵਾਲੀ ਹੈ, ਸਾਰਿਆਂ ਦੇ ਪਾਪਾਂ ਨੂੰ ਕੱਟਣ ਵਾਲੀ, ਜਿਸੇ ਕਿਸੇ ਨੂੰ ਪ੍ਰਾਪਤ ਹੋਣ ਵਾਲੀ ਹੈ। ਧਰਤੀ ਵਿਖੇ ਕੂਪ ਕੋ ਪਾਨੀ, ਜਿਹੜਾ ਖੂਹ ਦਾ ਪਾਣੀ ਫਿਰ ਉਹ ਧਰਤੀ ਦੇ ਵਿੱਚ ਹੁੰਦਾ ਹੈ ਡੂੰਘਾ। ਤਉ ਮੇਘ ਬਰ ਬਰਖੈ ਸੁਖ ਠਾਨੀ, ਫੇਰ ਵੀ ਬੱਦਲ ਧਰਤੀ ਵਿੱਚ ਪਾਣੀ ਹੋਣ ਤੋਂ ਤਾਂ ਵੀ ਧਰਤੀ ਤੇ ਬੱਦਲ ਬਹਿੰਦਾ ਪੈਂਦਾ ਤੇ ਜੀਵਾਂ ਨੂੰ ਸੁੱਖ ਮਿਲਦਾ ਹੈ। ਜਾਂ ਤੇ ਪੰਡਿਤ ਹਿਰਦੈ ਵਿਚਾਰਹ, ਇਸ ਕਰਕੇ ਪੰਡਤ ਜੀ ਆਪਣੇ ਹਿਰਦੇ ਵਿੱਚ ਗੱਲ ਦਾ ਵਿਚਾਰ ਕਰ ਲੋ, ਨਿਰਣਾ ਕਰੋ ਜੀ। ਕਨ ਅਰ ਕੂਪ ਨੀਰ ਨਿਰਤਾਰਹ, ਤੇ ਉਹ ਗੱਲ ਜਾਣ ਲੋ, ਬਸ ਇਹ ਪ੍ਰਮਾਣ ਹੈ ਵੀ ਵੇਦ ਖੂਹ ਦੇ ਪਾਣੀ ਵਰਗੇ ਹੈ ਤੇ ਬਾਣੀ ਜਿਹੜੀ ਉਹ ਬੱਦਲਾਂ ਦੇ ਪਾਣੀ ਵਰਗੀ ਹੈ। ਗੁਰਬਾਣੀ ਕੋ ਕਾਰਨ ਇਹੋ, ਇਹ ਗੁਰਬਾਣੀ ਸਤਿਗੁਰਾਂ ਦੀ ਪਾਵਨ ਪਵਿੱਤਰ ਉਚਾਰਨ ਦਾ ਗੁਰੂ ਨਾਨਕ ਪਾਤਸ਼ਾਹ ਦਾ ਇਹ ਮੇਨ ਮਾਇਨਾ ਸੀ, ਕਾਰਨ ਸੀ। ਸੁਨਹਾ ਸੋ ਜਾਨ ਨਹਿ ਕਰਹ ਸੰਦੇਹੋ, ਤੇ ਇਸ ਕਰਕੇ ਹੇ ਭਾਈ ਬ੍ਰਾਹਮਣ ਜੀ ਨਿਸ਼ਚਾ ਰੱਖੋ ਸਤਿਗੁਰਾਂ ਦੀ ਬਾਣੀ ਉੱਪਰ। ਭਾਈ ਕੋਈ ਸ਼ੰਕਾ ਨਾ ਕਰਨਾ ਕਰੋ ਵੀ ਮਹਾਰਾਜ ਨੇ ਬਾਣੀ ਕਿਉਂ ਉਚਾਰੀ ਹੈ। ਭਰੋਸਾ ਲੱਖਾਂ ਗੁਰਬਾਣੀ, ਤੇ ਇਸ ਗੁਰਬਾਣੀ ਨੇ ਲੱਖਾਂ ਨੂੰ ਵਰਸਾਇਆ ਹੈ। ਊਚ ਨੀਚ ਕੈ ਏਕ ਸਮਾਨੀ, ਉੱਚਿਆਂ ਨੀਵਿਆਂ ਨੂੰ ਇੱਕੋ ਜਿਹਾ ਰੱਖਣ ਵਾਲੀ, ਇੱਕੋ ਜਿਹਾ ਵਰਤਾਓ ਕਰਦੀ ਹੈ। ਪ੍ਰੇਮ ਠਾਨ ਜੋ ਪਠੈ ਵਿਚਾਰ ਹੈ, ਜਿਹੜਾ ਵੀ ਕੋਈ ਗੁਰਮੁਖ ਪ੍ਰੇਮੀ ਪ੍ਰੇਮ ਮਨ ਵਿੱਚ ਰੱਖ ਕਰਕੇ ਗੁਰਬਾਣੀ ਪੜ੍ਹੇਗਾ ਵਿਚਾਰੇਗਾ, ਬਾਹਰ ਕਮਾਵਹਿ ਹੋਏ ਨਿਸਤਾਰ ਹੈ। ਤੇ ਫਿਰ ਗੁਰਬਾਣੀ ਦੀ ਕਮਾਈ ਕਰੇਗਾ, ਨਿਧਿਆਸਨ ਕਰੇਗਾ, ਉਹਦਾ ਸੰਸਾਰ ਤੋਂ ਨਿਸਤਾਰਾ ਹੋ ਜਾਵੇਗਾ, ਕਲਿਆਣ ਹੋ ਜਾਵੇਗਾ। ਨਗਰ ਤੀਰਥਨ ਪਰ ਜੋ ਬਾਸੀ, ਆ ਜਿਹੜੇ ਨਗਰਾਂ ਤੀਰਥਾਂ ਦੇ ਵਾਸੀ ਹਨ, ਤੀਰਥ ਦੇ ਨਗਰਾਂ ਦੇ ਵਾਸੀ, ਸੁਨ ਕਰ ਸਗਰੇ ਭਏ ਹੁਲਾਸੀ। ਗੁਰੂ ਅਮਰਦਾਸ ਮਹਾਰਾਜ ਦੇ ਮੁਖੋਂ ਇਹੋ ਜੀ ਪ੍ਰਮਾਣਾ ਸਹਿਤ ਖਾਲਸਾ ਜੀ ਇਹ ਬਚਨ ਸੁਣੇ ਜਦੋਂ, ਤੇ ਮਹਾਰਾਜ ਨੇ ਇਹਨਾਂ ਦੇ ਸਾਰਿਆਂ ਦੇ ਸੰਸੇ ਨਿਵਰਤ ਕੀਤੇ। ਸਾਰੇ ਇਥੋਂ ਇਲਾਕੇ ਦੇ ਸੰਗਤਾਂ ਬਹੁਤ ਖੁਸ਼ ਹੋਈਆਂ ਹਨ। ਬੰਧਨ ਕਰ ਸਭ ਹੂਨ ਸਹਾਰੇ, ਸਾਰਿਆਂ ਜਿਹੜਾ ਵੈ ਉਹ ਸਰਾਹੇ ਬੰਧਨ ਕੀਤੀ ਗੁਰੂ ਅਮਰਦਾਸ ਮਹਾਰਾਜ ਨੂੰ, ਤੇ ਸਾਰਿਆਂ ਨੇ ਬੜੀ ਸਲਾਹੁਤਾ ਕੀਤੀ ਵੀ ਬੜੇ ਪੂਰੇ ਗੁਰੂ ਹਨ, ਐਨ ਬੈਨ ਗੁਰੂ ਨਾਨਕ ਪਾਤਸ਼ਾਹ ਦਾ ਹੀ ਸਰੂਪ ਹਨ। ਗਏ ਆਪਣੇ ਤਾਮਨ ਮਾਹੇ, ਮਹਾਰਾਜ ਦੇ ਦਰਸ਼ਨ ਕਰਕੇ ਸਭ ਸੰਗਤਾਂ ਮਾਈ ਭਾਈ ਆਪਣੇ ਘਰੀ ਚਲੇ ਗਏ ਆ। ਇਸ ਪ੍ਰਕਾਰ ਕੁਛ ਚਰਚਾ ਪਈ, ਇਸ ਤੋਂ ਬਾਅਦ ਕੁਝ ਹੋਰ ਗਿਆਨ ਚਰਚਾ ਬ੍ਰਾਹਮਣਾਂ ਨਾਲ ਮਹਾਰਾਜ ਦੀ ਹੋਈ ਹੈ। ਸੁਨ ਕੇ ਤਿਕ ਕੀ ਦੁਰਮਤ ਗਈ, ਕਈਆਂ ਦੀ ਖੋਟੀ ਮਤ ਮਹਾਰਾਜ ਜੀਆਂ ਦੇ ਬਚਨ ਸੁਣ ਸੁਣ ਕੇ ਨਾਸ਼ ਹੋਈ ਹੈ। ਖਾਨ ਪਾਨ ਕਰ ਸੰਗਤ ਸਾਥ, ਫਿਰ ਸਾਰੀ ਸੰਗਤ ਨਾਲ ਮਿਲ ਕੇ ਮਹਾਰਾਜ ਨੇ ਖਾਣ ਪਾਣ ਕੀਤਾ ਹੈ, ਛਕਿਆ ਛਕਾਇਆ। ਦੂਜੀ ਨਿਸਬਾਸੇ ਜਗਨਾਥ, ਤੇ 2 ਰਾਤਾਂ ਮਹਾਰਾਜ ਥਾਨੇਸਰ ਰਹੇ ਸਨ। ਦੂਸਰੀ ਜਦੋਂ ਰਾਤ ਬਤੀਤ ਹੋਈ ਹੈ, ਦਿਵਸ ਤੀਸਰੇ ਤੀਰਥ ਆਨ, ਤੇ ਤੀਜੇ ਦਿਨ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਹੋਰ ਤੀਰਥ ਉੱਪਰ ਸਭ ਸਿੱਖਿਆਨ ਜੋ ਤਕੀਨ ਇਸ਼ਨਾਨ, ਹੋਰ ਸੱਚੇ ਪਾਤਸ਼ਾਹ ਮਹਾਰਾਜ ਜੀ ਨਾਲ ਜਿਹੜੀਆਂ ਸੰਗਤਾਂ ਸਨ
ਸਭ ਨੇ ਇਸ ਤੀਰਥ ਉੱਪਰ ਇਸ਼ਨਾਨ ਕੀਤਾ ਹੈ। ਯਥਾ ਸ਼ਕਤ ਸਭ ਹਿਨ ਦੇ ਕਦਾਨ, ਪਰ ਜਿੰਨੀ ਕੋਈ ਸ਼ਕਤੀ ਹੁੰਦੀ ਯਥਾ ਸ਼ਕਤ ਸਭ ਨੇ ਦਾਨ ਕੀਤਾ ਹੈ। ਬੈਠੇ ਡੇਰੇ ਕਿਰਪਾ ਨਿਧਾਨ, ਫਿਰ ਮਹਾਰਾਜ ਜੀ ਆਪਣੇ ਸੰਗਤਾਂ ਸਮੇਤ ਤੰਬੂਆਂ ਵਿੱਚ ਜਾ ਬਿਰਾਜੇ ਆ। ਖਾਨ ਪਾਨ ਸੰਗਤ ਸਭ ਕਰ ਕੈ, ਇਸ ਰਾਤ ਨੂੰ ਫੇਰ ਸੰਗਤਾਂ ਨੇ ਇਸ਼ਨਾਨ ਪਾਣ ਤੋਂ ਬਾਅਦ ਕੋਈ ਪ੍ਰਸ਼ਾਦਾ ਭੋਜਨ ਇੱਥੇ ਛਕਿਆ ਤਿਆਰ ਕੀਤਾ ਹੈ। ਗੁਰ ਟਿਗ ਆਏ ਹਰਖ ਕਹ ਧਰ ਤੇ ਕੈ, ਬੜੀ ਖੁਸ਼ੀ ਧਾਰ ਕੇ ਸਿੱਖ ਮਹਾਰਾਜ ਪਾਸ ਆਉਂਦੇ ਆ। ਹਾਥ ਜੋਰ ਸਭ ਬੂਝਨ ਤੇ ਕੀਨੇ, ਸਾਰੇ ਸਿੱਖ ਗੁਰੂ ਅਮਰਦਾਸ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਆ। ਸ਼੍ਰੀ ਗੁਰ ਤੁਮ ਔਰ ਸਭ ਕੁਛ ਚੀਨੇ, ਮਹਾਰਾਜ ਤੁਸੀਂ ਆਪਦੇ ਹਿਰਦੇ ਵਿੱਚ ਸਭ ਕੁਝ ਜਾਣਦੇ ਹੋ ਸਤਿਗੁਰੂ ਜੀ। ਇਹ ਕੁਰਕਸ਼ੇਤਰ ਕੋਸ 48, ਮਹਾਰਾਜ ਜਿਹੜਾ ਕੁਰੂਕਸ਼ੇਤਰ 48 ਕੋਹ ਦਾ ਮੰਨਿਆ ਹੈ। ਕਿਮ ਪੁਨੀਤ ਇਹ ਭਇਓ ਵਿਸਾਲੀ, ਇਹ ਕੁਰੂਕਸ਼ੇਤਰ 48 ਕੋਹ ਪਵਿੱਤਰ ਮੰਨਿਆ ਜਾਂਦਾ ਹੈ। ਇੰਨੀ ਵੱਡੀ ਪਵਿੱਤਰਤਾ ਕੁਰੂਕਸ਼ੇਤਰ ਦੀ ਕਿਉਂ ਹੈ? ਤੀਰਥ ਜਿਸ ਮਹਿ ਬਨੇ ਹਜ਼ਾਰੋਂ, ਫਿਰ ਇਸ ਕੁਰੂਕਸ਼ੇਤਰ ਅੰਦਰ ਹਜ਼ਾਰਾਂ ਤੀਰਥ ਬਣੇ ਹੋਏ ਆ। ਭਾਵ ਕਿ ਮਹਾਰਾਜ ਇੱਥੇ ਏਡਾ ਵੱਡਾ ਜੰਗ ਹੋਇਆ ਹੈ ਤੇ ਲੱਖਾਂ ਹੀ ਪ੍ਰਾਣੀ ਮਰੇ ਸਨ ਮਹਾਭਾਰਤ ਦੇ ਯੁੱਧ ਅੰਦਰ। ਫਿਰ ਪਵਿੱਤਰ ਕਿਵੇਂ ਹੋ ਗਈ ਧਰਤੀ? ਇਹ ਜਿੱਥੇ ਬਹੁਤੀਆਂ ਮੌਤਾਂ ਹੋਣ ਉਹ ਤਾਂ ਅਪਵਿੱਤਰ ਹੁੰਦੀ ਆ, ਸ਼ਮਸ਼ਾਨ ਭੂਮ ਕਹਿੰਦੇ ਆ। ਤੇ ਇੰਨੇ ਲੋਕ ਮਰੇ ਹੋਣ ਇੱਥੇ, ਤੇ ਇਹ ਜੰਗ ਦਾ ਮੈਦਾਨ ਜਿਹੜਾ ਵਾ ਪਵਿੱਤਰ ਕਿਵੇਂ ਕੁਰੂਕਸ਼ੇਤਰ ਹੋਇਆ ਹੈ, ਇਹ ਦੱਸਣਾ ਕਰੋ। ਅਨੇਕ ਭਏ ਤਪਸੀ ਤਪ ਧਾਰੋ, ਕਿਉਂਕਿ ਅਨੇਕਾਂ ਹੁਣ ਇੱਥੇ ਤਪਸੀ ਜਿਹੜੇ ਆਉਂਦੇ ਹਨ ਪਧਾਰੇ ਹਨ। ਥਾਨ ਪੁਨੀਤ ਜਾਨ ਇਹ ਮਹਾ, ਤੋ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗਰੀਬ ਨਵਾਜ ਨੂੰ ਇਹ ਸਵਾਲ ਜਿਹੜਾ ਵਾ ਕੀਤਾ ਹੈ ਇਹਨਾਂ ਨੇ ਕਿ ਹੇ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਕਿੰਨੇ ਇੱਥੇ ਤੀਰਥ ਬਣੇ ਹੋਏ ਆ। ਤੋ ਜਿੱਥੇ ਥਾਨ ਪੁਨੀਤ ਜਾਨ ਇਹ ਮਹਾਨੀ ਤੀਰਥ ਪਵਿੱਤਰ ਤੀਰਥ ਜਾਣਿਆ ਜਾਂਦਾ ਹੈ ਹਿੰਦੂ ਮਤ ਅੰਦਰ। ਕੈਰਵ ਪਾਂਡਵ ਲੜ ਲੜ ਜਹਾਂ, ਤੋ ਮਹਾਰਾਜ ਜਿੱਥੇ ਕੈਰਵ ਤੇ ਪਾਂਡਵ ਲੜ ਲੜ ਕੇ ਮਰੇ ਹੋਣ, 18 ਛੋਹਣੀਆਂ ਫੌਜ ਦੀਆਂ ਖੱਪ ਗਈਆਂ ਹੋਣ, ਕਿਸ ਕਾਰਨ ਤੇ ਪਾਵਨ ਭਇਓ, ਤੇ ਇੰਨੀ ਮੌਤ ਹੋਣ ਤੋਂ ਬਾਅਦ ਵੀ ਕਿਵੇਂ ਇਹਨੂੰ ਪਵਿੱਤਰ ਕਿਹਾ ਜਾ ਸਕਦਾ? ਇਹ ਪਵਿੱਤਰ ਕਿਵੇਂ ਹੈ? ਬਹੁਤ ਨਰਨ ਤਨ ਤਿਆਗਨ ਕੀਓ, ਕਿਉਂਕਿ ਇੱਥੇ ਤਾਂ ਬੜਿਆਂ ਨੇ ਸਰੀਰ ਛੱਡੇ ਮਰੇ ਹਨ। ਕੌਤਕ ਬਰਤੈ ਹਿਰਦੈ ਹਮਾਰੇ, ਇਹ ਮਹਾਰਾਜ ਸਾਡੇ ਹਿਰਦੇ ਵਿੱਚ ਕੌਤਕ ਜਿਹਾ ਵਰਤ ਰਿਹਾ, ਛੰਸਾ ਜਿਹਾ ਉੱਠ ਰਿਹਾ ਵੀ ਕਿਵੇਂ ਬਣ ਨਹੀਂ ਆਉਂਦੀ। ਇੰਨੇ ਮਰੇ ਹੋਏ ਲੋਕਾਂ ਦਾ ਥਾਂ ਕਿਵੇਂ ਪਵਿੱਤਰ ਹੈ? ਸਕਲ ਸੁਨਾਵਹ ਕਥਾ ਉਚਾਰੇ, ਮਹਾਰਾਜ ਆਪ ਸਾਰੀ ਕਥਾ ਸਾਨੂੰ ਸੁਣਾਉਣੀ ਕਰੋ। ਸਭ ਸੰਗਤ ਕੇ ਸੁਨ ਕੈ ਬੈਨ, ਸਾਰੀ ਸੰਗਤ ਦੀ ਮਹਾਰਾਜ ਜੀਆਂ ਜਦ ਬੇਨਤੀ ਸੁਣੀ ਹੈ, ਕਰੁਣਾ ਭਰੇ ਰਸੀਲੇ ਨੈਣ, ਤੇ ਮਹਾਰਾਜ ਦੇ ਸੁੰਦਰ ਨੈਣਾ ਵਿੱਚ ਰਸ ਆਇਆ, ਕਿਰਪਾ ਸਹਿਤ ਮਹਾਰਾਜ ਜੀ ਹੋਏ ਹੈ। ਪਰ ਉਪਕਾਰ ਕਰਨ ਨਿਤ ਚਾਹਤ, ਤੇ ਮਹਾਰਾਜ ਜੀ ਤਾਂ ਨਿਤਾ ਪ੍ਰਤੀ ਚਾਹੁੰਦੇ ਆ ਵੀ ਪਰਉਪਕਾਰ ਕਰਦੇ ਹੀ ਰਹੀਏ। ਸਿੱਖਾਂ ਦੀ ਸ਼ੰਕਾ ਨਿਵਰਤ ਕਰਨ ਵਾਸਤੇ ਸਤਿਗੁਰੂ ਨਿਤ ਪਰਉਪਕਾਰ ਚਾਹੁੰਦੇ ਆ। ਬਹੁ ਲੋਕਣ ਕੀ ਦੁਰਮਤ ਦਾਹਤ, ਮਹਾਰਾਜ ਦਾ ਤਾਂ ਸੁਭਾਅ ਆ ਵੀ ਬਣਿਆ ਜੀਵਾਂ ਦੀ ਖੋਟੀ ਮਤ ਨੂੰ ਨਾਸ਼ ਕਰਦੇ ਆ। ਜਿਸ ਕਾਰਨ ਕੋ ਤਰ ਅਵਤਾਰਾ, ਕਿਉਂਕਿ ਇਸੇ ਕਾਰਨ ਕਰਕੇ ਮਹਾਰਾਜ ਜੀ ਅਵਤਾਰ ਧਾਰਿਆ ਹੈ ਸੰਸਾਰ ਅੰਦਰ, ਸੋ ਨਿਤ ਕਰਤ ਭਗਤ ਵਿਸਥਾਰਾ, ਵੀ ਭਗਤੀ ਦਾ ਵਿਸਥਾਰ ਕਰੀਏ। ਤੇ ਉਹ ਕਾਰਜ ਮਹਾਰਾਜ ਜੀ ਬੜਾ ਸੁੰਦਰ ਕਰ ਹੀ ਰਹੇ ਹੈ। ਭਗਤੀ ਦਾ ਵਿਸਥਾਰ ਚਾਰੇ ਪਾਸੇ ਫੈਲਾ ਰਹੇ ਹਨ। ਕਥਾ ਪੁਰਾਤਨ ਬਹੁ ਚਿਰ ਕੇਰੀ, ਤੋ ਮਹਾਰਾਜ ਦੱਸਦੇ ਕਹਿੰਦੇ ਭਾਈ ਗੁਰਸਿੱਖੋ ਪੁਰਾਤਨ ਕਥਾ ਹੈ ਭਾਈ, ਬੜੇ ਸਮੇਂ ਦੀ ਪੁਰਾਣੀ, ਜੋ ਗਿਣਤੀ ਸੰਮਤ ਪਰ ਹੈ ਨਹੇਰੀ, ਕਿੰਨੇ ਕੁ ਸਾਲ ਪੁਰਾਣੀ ਇਹ ਗਿਣਤੀ ਨਹੀਂ ਕੀਤੀ ਜਾ ਸਕਦੀ। ਵੀ ਇੰਨੇ ਸਮੇਂ ਦੀ ਕੋਈ ਇੱਕ ਕਥਾ ਸੁਣੀ ਸੁਣਾਈ ਚੱਲੀ ਆਉਂਦੀ ਹੈ। ਜਗਤ ਆਦ ਕੋ ਇਹ ਬਿਰਤਾਂਤ, ਇਹ ਉਦੋਂ ਦੀ ਕਥਾ ਬਿਰਤਾਂਤ ਹੈ ਜਦੋਂ ਸੰਸਾਰ ਵੀ ਨਹੀਂ ਬਣਿਆ ਸੀ। ਸ਼੍ਰੀ ਗੁਰ ਚਹਿਓ ਕਰਨ ਬਖਿਆਤ, ਤੇ ਗੁਰੂ ਗਰੀਬ ਨਵਾਜ ਇਹ ਸਾਰਾ ਸੰਸਾਰ ਬਣਨ ਤੋਂ ਪਹਿਲਾਂ ਦੀ ਕਥਾ ਸਿੱਖਾਂ ਨੂੰ ਸੁਣਾਉਣ ਲੱਗੇ ਆ। ਭੋ ਸੰਗਤ ਸੁਣੀਐ ਦੇ ਕਾਨ, ਮਾਰੇ ਕਹਿੰਦੇ ਹੈ ਸਾਧ ਸੰਗਤ ਜੀ ਕੰਨ ਦੇ ਕੇ ਭਾਈ ਸੁਣਨਾ ਕਰੋ। ਉਪਜਿਓ ਨਹਿ ਜਬ ਜਗਤ ਮਹਾਨ, ਜਦੋਂ ਕੋਈ ਇਹ ਸੰਸਾਰ ਵੀ ਪੈਦਾ ਜੇ ਨਹੀਂ ਹੋਇਆ ਸੀ। ਸ਼੍ਰੀ ਨਾਰਾਇਣ ਬੈਠੇ ਇਹਾਂ, ਜਿਹੜਾ ਪਰਮੇਸ਼ਰ ਸੀ ਨਾ ਉਹ ਸਮੇਂ ਜਦੋਂ ਸੰਸਾਰ ਵੀ ਪੈਦਾ ਨਾ ਹੋਇਆ, ਭਾਵ ਜੀਵ ਜੰਤੂ ਨਹੀਂ ਸਨ,
ਉਸ ਸਮੇਂ ਸ਼੍ਰੀ ਨਾਰਾਇਣ ਪਰਮੇਸ਼ਰ ਇਸ ਥਾਂ ਸਨ, ਆਏ ਸਨ, ਬੈਠੇ ਸਨ। ਭਇਓ ਇਤ ਕਮਹਿ ਆਸਨ ਮਹਾ। ਤੇ ਉਹਨਾਂ ਪੁੱਛਿਆ ਸੀ ਨਾ ਵੀ 48 ਕੋ ਮਹਾਰਾਜ ਕਿਵੇਂ ਕਰਕਸ਼ੇਤਰ ਨੂੰ ਪਵਿੱਤਰ 48 ਕੋ ਕਰਕਸ਼ੇਤਰ ਪਵਿੱਤਰ ਮੰਨਿਆ ਜਾਂਦਾ। ਸਿੱਖਾਂ ਬੇਨਤੀ ਕੀਤੀ ਵੀ ਇੰਨਾ ਇਹਦਾ ਜਗ੍ਹਾ ਕਿਵੇਂ ਕਿਸੇ ਦੀ ਥੋੜਾ ਜਿਵੇਂ ਕੋਈ ਕਿੱਲਾ, ਕੋਈ 2 ਕੋ, ਕੋਈ 4 ਕੋ, ਇੰਨੀ ਜਗ੍ਹਾ ਪਵਿੱਤਰਤਾ ਹੁੰਦੀ ਵੀ 48 ਕੋ ਜਗ੍ਹਾ ਪਵਿੱਤਰ ਕਿਵੇਂ ਆ ਕਰਕਸ਼ੇਤਰ ਦੀ। ਤਾਂ ਮਹਾਰਾਜ ਕਹਿੰਦੇ ਇਹ ਨਹੀਂ ਜਾਣਨਾ ਵੀ ਇੱਥੇ ਕੌਰਵਾਂ ਪਾਂਡਵਾਂ ਦਾ ਯੁੱਧ ਹੋਇਆ ਤੇ ਤਾਂ ਪਵਿੱਤਰ ਹੈ। ਜਦੋਂ ਸੰਸਾਰ ਜੀਵ ਨਹੀਂ ਸਨ ਉਸ ਸਮੇਂ ਪਰਮੇਸ਼ਰ ਨੇ ਇੱਥੇ ਚੌਂਕੜਾ ਲਾਇਆ ਸੀ। ਤੋ ਵਿਰਾਟ ਰੂਪ ਵਿੱਚ ਪਰਮੇਸ਼ਰ ਇਸ ਜਗ੍ਹਾ ਆਏ ਸਨ, ਬੈਠੇ ਸਨ। ਅਸ਼ਟਕੋਸ਼ ਲਗ ਨੀਚੇ ਥਾਨ। ਤੋ ਜਦੋਂ ਇਹਨਾਂ ਚੌਂਕੜਾ ਲਾਇਆ ਤੇ 8 ਕੋਹ ਤੀਕਰ ਇਹਨਾਂ ਦਾ ਪਸਾਰਾ ਇੱਕ ਪਾਸੇ ਹੋਇਆ। ਆਗੇ ਜਾਨੋ ਬਧੇ ਮਹਾਨ। ਤੇ 8 ਕੋਹ ਜਿਹੜੀਆਂ ਅਗਾਂਹ ਨੂੰ ਜਿਵੇਂ ਚੌਂਕੜੇ ਤੋਂ ਬਾਅਦ ਲੱਤਾਂ ਥੋੜੀਆਂ ਵੱਧਦੀਆਂ ਹਨ। ਉੱਤਰ ਦਿਸ਼ ਭੀ ਪ੍ਰਿਸ਼ਟ ਬਡੇਰੀ। ਤੇ ਉੱਤਰ ਦਿਸ਼ਾ ਜਿੱਧਰ ਹੈ ਪਹਾੜ ਵਾਲੇ ਪਾਸੇ, ਇਧਰਲੇ ਪਾਸੇ ਪਿੱਠ ਕੀਤੀ ਸੀ ਉਸ ਸਮੇਂ। ਦੱਖਣ ਕੋ ਮੁਖ ਕੀਓ ਤਿਸ ਬੇਰੀ। ਤੇ ਦੱਖਣ ਵਾਲੇ ਪਾਸੇ ਜਿਹੜਾ ਹੈ ਉਹ ਮੁਖ ਕੀਤਾ ਸੀ ਪਰਮੇਸ਼ਰ ਨੂੰ। ਮਰੇ ਦਾ ਹੁਣ ਤਾਂ ਹੀ ਮੂੰਹ ਸਾਧ ਸੰਗਤ ਜੀ ਲੈਂਦੇ ਇਧਰ ਕਰਦੇ ਦੱਖਣ ਵੱਲ ਨੂੰ। ਉਹ ਪਤਾ ਕਿਸੇ ਨੂੰ ਨਹੀਂ ਪੁੱਛੋ, ਵੇਖੋ ਵੇਖੀ ਕਰ ਦਿੰਦੇ ਆ। ਪਰ ਆਹ ਕਾਰਨ ਸੀ ਹਿੰਦੂ ਮੱਤ ਵਿੱਚ ਦੱਖਣ ਵਾਲੇ ਪਾਸੇ ਜਦੋਂ ਮੁਰਦੇ ਦਾ ਮੂੰਹ ਕਰਦੇ। ਕਹਿੰਦੇ ਨਾਰਾਇਣ ਪਰਮੇਸ਼ਰ ਨੇ ਉਸ ਸਮੇਂ ਦੱਖਣ ਵਾਲੇ ਪਾਸੇ ਮੁਖ ਕੀਤਾ ਸੀ। ਅਸ਼ਟਕੋਸ਼ ਚੌਗਿਰਦੇ ਮਾਹੇ। ਤੇ 8 ਕੋ ਚੁਗਿਰਦੇ ਮਾਹੇ, ਚਾਰੇ ਪਾਸੇ 8 ਕੋ, ਜਿਵੇਂ ਇਧਰ ਹੋ ਗਿਆ ਦੱਖਣ ਉੱਤਰ ਤੇ ਪੂਰਬ ਪੱਛਮ 8 ਕੋ ਪਰ। ਮੱਧ ਥਾਨ ਭਗਵਾਨ ਸੁਆਹੇ। ਤੋ ਇਸ ਪ੍ਰਕਾਰ ਜਿਹੜੇ ਨਾ ਭਗਵਾਨ ਪਰਮੇਸ਼ਰ ਜੀ ਇਸ ਵਿਧੀ ਦੇ ਨਾਲ ਬੈਠੇ ਸਨ। ਤੋ ਗਰੀਬ ਨਵਾਜ ਕਹਿੰਦੇ ਭਗਵਾਨ ਸੋ ਆਹੇ, ਮੱਧ ਥਾਨ, ਇਸ ਸਥਾਨ ਦੇ ਮੱਧ ਵਿੱਚ ਪਰਮੇਸ਼ਰ ਭਗਵਾਨ ਆਏ। ਸੋ ਥਲ ਇਹ ਥਨੇਸਰ ਜਾਨਹ। ਉਹਨੂੰ ਥਾਨੇਸਵਰ ਨਾਮ ਦਾ ਇਹ ਤੀਰਥ ਆਖਿਆ ਜਾਣ ਲੱਗਿਆ ਹੈ। ਮਹਾ ਮਹਾਤਮ ਹਿਰਦੈ ਪ੍ਰਮਾਨਹ। ਪਰ ਵਿਸ਼ੇਸ਼ ਕਰਕੇ ਮੰਨੋ ਵੀ ਹਿੰਦੂ ਮਤ ਅੰਦਰ ਇਹਦਾ ਬੜਾ ਮਹਾਨ ਇੱਛਾ ਪੂਰਤੀ ਕਰ ਦੇਵੋ ਜੀ। ਹਕ ਤੀਨਹੁ ਕਾਲ। ਮਹਾਰਾਜ ਆਪ ਭੂਤ ਭਵਿੱਖ ਤੇ ਵਰਤਮਾਨ ਜਿਹੜੇ ਤਿੰਨੇ ਸਮੇਂ ਹਨ। ਰਾਵਰ ਕੋ ਸਭ ਗਿਆਤ ਵਿਸਾਲ। ਆਪ ਜੀ ਨੂੰ ਸਾਰੀ ਗਿਆਤ ਹੈ, ਪਿਛਲੇ ਸਮੇਂ ਦੀ ਵੀ, ਹੁਣ ਦੀ ਵੀ ਤੇ ਆਉਣ ਵਾਲੇ ਦੀ। ਆਪ ਸਾਰਿਆਂ ਸਮਿਆਂ ਦੇ ਜਾਣੂ ਹੋ। ਸ਼੍ਰੀ ਗੁਰੂ ਅਮਰਦਾਸ ਸੁਖ ਰਾਸ। ਸੁਖਾਂ ਦੀ ਪੂੰਜੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ। ਨਿਜ ਦਾਸਨ ਕੀ ਪੂਰਤ ਆਸ। ਸਿੱਖਾਂ ਦੀ ਪ੍ਰਭੂ ਸਨਾਤਨ। ਜਿਵੇਂ ਉਹ ਪੁਰਾਤਨ ਪ੍ਰਭੂ ਪਰਮੇਸ਼ਰ ਨੇ ਕੀਤਾ ਸੀ ਇੱਥੇ ਆ ਕਰਕੇ ਨਾਰਾਇਣ ਰੂਪ ਅੰਦਰ। ਸੰਗਤ ਸੁਨਹਾਸ ਕਥਾ ਨਾਰਾਇਣ। ਏ ਸੰਗਤ ਜੀ ਸੁਣੋ, ਉਸ ਨਰਾਂ ਨਰਾਂ ਵਿੱਚ ਆਇਣ ਜੀ ਦਾ ਘਰ ਹੈ। ਉਸ ਨਾਰਾਇਣ ਪਰਮੇਸ਼ਰ ਦੀ ਕਥਾ ਸੁਣੋ ਭਾਈ। ਜਿਸ ਤੇ ਹੋਵਤ ਪਾਪ ਪਲਾਇਨ। ਜਿਹੜੀ ਕਥਾ ਸੁਣਨੇ ਦੇ ਨਾਲ ਪਾਪ ਜਿਹੜੇ ਆ ਪਲਾਇਨ ਕਹੀਏ ਨਾਸ਼ ਹੋ ਜਾਂਦੇ ਆ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਖਾਰ ਬਿੰਦ ਤੋਂ ਫਿਰ ਨਾਰਾਇਣ ਪਰਮੇਸ਼ਰ ਦੀ ਕਥਾ ਜਿਹੜੀ ਵਾ ਉਹ ਪੁਰਾਣਾ ਵਿੱਚ ਸਾਧ ਸੰਗਤ ਜੀ ਇਹੋ ਜਿਹੇ ਪ੍ਰਸੰਗ ਆਉਂਦੇ ਆ। ਗੁਰੂ ਅਮਰਦਾਸ ਜੀ ਮਹਾਰਾਜ ਜੀ ਇਹਨਾਂ ਸਥਾਨਾਂ ਤੇ ਗਏ ਆ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਦੇ ਇਉਂ ਵਿਧੀ ਦੇ ਨਾਲ ਕਵੀ ਸੰਤੋਖ ਸਿੰਘ ਸਾਹਿਬ ਜੀ ਉਹ ਜਣਾ ਰਹੇ ਆ ਵੀ ਅਸੀਂ ਸ਼ਾਸਤਰ ਵੀ ਪੜ੍ਹੇ ਹੋਏ ਆ। ਇਹ ਕਵੀਆਂ ਦੀ ਸਾਧ ਸੰਗਤ ਜੀ ਪੁਰਾਣ ਤੇ ਸ਼ਾਸਤਰ ਪੜ੍ਹੇ ਹੋਣ ਕਰਕੇ ਉਹ ਕਵੀ ਜੀ ਇੱਥੇ ਵਿਦਵਾਨਾਂ ਤਾਈਂ ਜਣਾ ਰਹੇ ਆ ਵੀ ਇਹ ਕਿਸੇ ਦੂਜੇ ਤੀਜੇ ਦਾ ਗ੍ਰੰਥ ਲਿਖਿਆ ਨਾ ਜਾਣਨਾ। ਕਵੀ ਸੰਤੋਖ ਸਿੰਘ ਜੀ ਖਾਲਸਾ ਜੀ ਬਹੁਤ ਸ਼ਾਸਤਰ ਵੇਦਾਂ ਦੇ, ਪੁਰਾਣਾਂ ਦੇ, ਉਪਨਿਸ਼ਦਾਂ ਦੇ ਬੜੇ ਗਿਆਤਾ ਸਨ। 11 ਉਪਨਿਸ਼ਦਾਂ ਦਾ ਖਾਲਸਾ ਜੀ ਕਵੀ ਜੀਆਂ ਟੀਕਾ ਵੀ ਕੀਤਾ ਹੋਇਆ ਹੈ। ਸਮਾਂ ਨਾ ਹੋਣ ਕਰਕੇ ਉਹ ਉਮਰ ਮਹਾਰਾਜ ਦੇ ਭਾਣੇ ਅੰਦਰ ਜਿੰਨੀ ਕੁ ਭੋਗੀ ਉਹਨੇ ਸਮੇਂ ਵਿੱਚ ਬੜੇ ਮਹਾਨ ਗ੍ਰੰਥ ਲਿਖੇ ਸਨ ਜਿਨ੍ਹਾਂ ਵਿਦਵਾਨਾਂ ਦੀ ਸਮਝ ਤੋਂ ਵੀ ਪਰੇ ਹਨ। ਤੋ ਇਹੋ ਜਿਹੇ ਭਾਈ ਕਵੀ ਸੰਤੋਖ ਸਿੰਘ ਸਾਹਿਬ ਜੀ ਜਿਹੜੇ ਸਾਧ ਸੰਗਤ ਜੀ ਵੇਦਾਂ ਸ਼ਾਸਤਰਾਂ ਦੇ ਬੜੇ ਜਾਣੂ ਗਿਆਤੇ ਤਤ ਬੇਤੇ ਸਨ, ਉਹ ਇੱਥੇ ਆਪਦੀ ਵਿਧੀ ਅਨੁਸਾਰ ਗੁਰੂ ਅਮਰਦਾਸ ਮਹਾਰਾਜ ਦੇ ਪਾਸੋਂ ਇਹ ਸਾਰਾ ਜਿਹੜਾ ਇਤਿਹਾਸ ਪੁਰਾਤਨ ਪ੍ਰਭੂ ਪਰਮੇਸ਼ਰ ਦਾ ਕਹਾ ਰਹੇ ਹੈ, ਉਹ ਜਣਾ ਰਹੇ ਆ ਵੀ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਸਿੱਖਾਂ ਨੂੰ। ਪਰ ਉਸ ਤਰ੍ਹਾਂ ਇਹ ਕਵੀ ਸੰਤੋਖ ਸਿੰਘ ਸਾਹਿਬ
ਜੀਆਂ ਨੇ ਇਹ ਜਣਾਇਆ ਵੀ ਅਸੀਂ ਵੇਦ ਸ਼ਾਸਤਰ ਵੀ ਪੜ੍ਹੇ ਹੋਏ ਸਾਂ, ਪੁਰਾਣ ਸਿਮਰਤੀਆਂ ਤੋਂ ਜਾਣੂ ਸਾਂ। ਇਹ ਉਹ ਪੁਰਾਣਾਂ ਦਾ ਜਿਹੜਾ ਸ਼ਾਸਤਰਾਂ ਵਿੱਚ ਕੋਈ ਇਤਿਹਾਸ ਹੈ, ਉਹ ਸਾਧ ਸੰਗਤ ਜੀ ਪਰਮੇਸ਼ਰ ਵੀ ਇੱਥੇ ਕਿਵੇਂ ਆਏ ਸੀ, ਕੁਰੂਕਸ਼ੇਤਰ ਦੀ ਧਰਤੀ ਨੂੰ 48 ਕੋ ਪਵਿੱਤਰ ਕਿਉਂ ਮੰਨਿਆ ਜਾਂਦਾ ਹੈ, ਉਹ ਸਾਰਾ ਪ੍ਰਸੰਗ ਜਿਵੇਂ ਆਏਗਾ ਉਹ ਆਪਾਂ ਕੱਲ ਦੇ ਦੀਵਾਨ ਵਿੱਚ ਵਿਚਾਰਾਂਗੇ। ਧੰਨ ਗੁਰੂ ਅਮਰਦਾਸ ਮਹਾਰਾਜ ਆਪ ਸਾਰੀ ਸੰਗਤ ਦੇ ਪਾਰ ਬ੍ਰਹਮਾ ਅਬਿਨਾਸੀ ਅਘਨਾਸ ਏ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ हे ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ हे ਗੋਬਿੰਦ ਹੈ ਗੁਣ ਨਿਦਾਨ ਜਾ ਕੈ ਸਦਾ ਵਿਵੇਕ हे ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ ਹਾਰ हे ਸੰਤਹਿ ਕੈ ਸਦਾ ਸੰਗ